स्वागत है पीटीसी न्यूज़ ਦੇ ਵਿਚਾਰ ਦਰਸ਼ਕਾਂ ਦਾ। मैं हरप्रीत सिंह। तुम देख रहे हो कि EI वार्स एंड केबल्स विचार तकरार। मौजूदा सरकार ने सत्ता ਦੇ ਵਿੱਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀਗਾ ਘਰ ਘਰ ਰੋਜ਼ਗਾਰ ਦਿੱਤਾ ਜਾਏਗਾ, ਮਾਫ ਕਰਨਾ ਘਰ ਘਰ ਨੌਕਰੀ ਦਿੱਤੀ ਜਾਏਗੀ। ਬਾਅਦ ਦੇ ਵਿੱਚੋਂ ਨਾਰਾ ਬਦਲ ਕੇ ਘਰ ਘਰ ਰੋਜ਼ਗਾਰ ਦਾ ਹੋ ਗਿਆ। ਘਰ ਘਰ ਨੌਕਰੀ ਨਾ ਮਿਲੀ, ਨਾ ਘਰ ਘਰ ਰੋਜ਼ਗਾਰ ਮਿਲਿਆ। ਬੜੇ ਸਾਰੇ ਲੋਕ ਹੁਣ ਸਵਾਲ ਇਹ ਚੁੱਕਦੇ ਨੇ ਕਿ ਸ਼ਾਇਦ ਸਾਨੂੰ ਸੁਣਨ ਦੇ ਵਿੱਚ ਭੁਲੇਖਾ ਲੱਗ ਗਿਆ, ਸਰਕਾਰ ਕਹਿਣਾ ਕੁਝ ਹੋਰ ਚਾਹੁੰਦੀ ਸੀ, ਅਸੀਂ ਸਮਝ ਕੁਝ ਹੋਰ ਗਏ। ਹੁਣ ਤੰਜ ਕੱਸਦੇ ਨੇ ਵਿਰੋਧੀ ਧਿਰਾਂ ਕਹਿ ਰਹੀਆਂ ਨੇ ਕਿ ਸਰਕਾਰ ਨੇ ਇਹ ਨਹੀਂ ਕਿਹਾ ਕਿ ਘਰ ਘਰ ਨੌਕਰੀ, ਸਰਕਾਰ ਨੇ ਕਿਹਾ ਕਿ ਹਰ ਵਿਧਾਇਕ ਘਰ ਨੌਕਰੀ। ਇਸੇ ਕਰਕੇ ਪਹਿਲਾਂ ਵੀ ਨੌਕਰੀ ਦਿੱਤੀ ਗਈ ਇੱਕ ਖਾਸ ਬੰਦੇ ਨੂੰ, ਤੇ ਹੁਣ ਦੋ ਹੋਰ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ। ਨੌਕਰੀਆਂ ਵੀ ਛੋਟੀਆਂ ਮੋਟੀਆਂ ਨਹੀਂ, ਇੱਕ ਨੂੰ DSP ਤੇ ਦੂਜੇ ਨੂੰ ਤਹਿਸੀਲਦਾਰ ਲਾਇਆ ਜਾ ਰਿਹਾ। ਇਸ ਦੇ ਪਿੱਛੇ ਲੌਜਿਕ ਕੀ ਹੈ ਕਿ ਕਿਉਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਨੇ? ਤਾਂ ਲੌਜਿਕ ਇਹ ਹੈ ਕਿ ਇਹਨਾਂ ਦੋਵੇਂ ਵਿਧਾਇਕਾਂ ਦੇ ਮੁੰਡਿਆਂ ਨੂੰ ਨੌਕਰੀ ਇਸ ਕਰਕੇ ਦਿੱਤੀ ਜਾ ਰਹੀ ਹੈ ਕਿਉਂਕਿ ਮੁੰਡਿਆਂ ਦੇ ਦਾਦੇ ਤੇ ਵਿਧਾਇਕਾਂ ਦੇ ਪਿਤਾ ਅੱਤਵਾਦ ਕਾਲ ਦੌਰਾਨ ਮਾਰੇ ਗਏ ਸੀਗੇ। ਇਸ ਕਰਕੇ ਤਰਸ ਦੇ ਆਧਾਰ ਤੇ ਇਹ ਨੌਕਰੀ ਦੇਣੀ ਬਣਦੀ ਹੈ। ਇਸ ਕਰਕੇ ਦੋਵਾਂ ਨੂੰ ਨੌਕਰੀ ਦਿੱਤੀ ਜਾ ਰਹੀ ਹੈ ਔਰ ਜਲਦ ਹੀ ਇਸ ਦੀ ਪ੍ਰਵਾਨਗੀ ਵੀ ਆ ਜਾਏਗੀ। ਹਾਲੇ ਤੱਕ ਪ੍ਰਵਾਨਗੀ ਆਈ ਨਹੀਂ, ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਅੱਜ ਹਜ਼ਾਰਾਂ ਨੌਜਵਾਨ ਜਿਹੜੇ ਪੰਜਾਬ ਦੇ ਵਿੱਚ ਖੜੇ ਨੇ, ਕੀ ਉਹਨਾਂ ਤੋਂ ਵੱਧ ਇਹ ਦੋਵੇਂ ਲੋੜਵੰਦ ਸੀਗੇ? ਕਿ ਇਹਨਾਂ ਨੂੰ ਜ਼ਿਆਦਾ ਜ਼ਰੂਰਤ ਸੀ ਨੌਕਰੀ ਦੀ? ਹਜ਼ਾਰਾਂ ਨੌਜਵਾਨ ਅੱਜ ਧੱਕੇ ਖਾਂਦੇ ਫਿਰਦੇ ਨੇ, ਥਾਂ ਥਾਂ ਧਰਨੇ ਪ੍ਰਦਰਸ਼ਨ, ਰੋਸ ਮੁਜ਼ਾਹਰੇ ਹੋ ਰਹੇ ਨੇ। ਹਰ ਰੋਜ਼ ਮੋਤੀ ਮਹਿਲ ਘੇਰਿਆ ਹੁੰਦਾ ਹੈ ਕਿ ਨੌਕਰੀਆਂ ਦਾ ਵਾਅਦਾ ਕੀਤਾ ਸੀਗਾ, ਨੌਕਰੀਆਂ ਸਾਨੂੰ ਕਿਉਂ ਨਹੀਂ ਮਿਲ ਰਹੀਆਂ? ਵੈਲ ਕੁਆਲੀਫਾਈਡ ਬੱਚੇ ਧੱਕੇ ਖਾ ਰਹੇ ਨੇ ਪਰ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ। ਅੱਜ ਉਹ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰਦੇ ਨੇ, ਆਪਣੇ ਆਪ ਦੇ ਨਾਲ ਧੱਕਾ ਮਹਿਸੂਸ ਕਰਦੇ ਨੇ। ਇਸੇ ਕਰਕੇ ਅੱਜ ਦੀ ਵਿਚਾਰ ਚਰਚਾ ਲੈ ਕੇ ਹਾਜ਼ਰ ਹੋਏ ਹਾਂ ਕਿ ਕਿੰਨੀਆਂ ਕੁ ਜ਼ਰੂਰੀਆਂ ਸੀ ਇਹਨਾਂ ਦੋਵਾਂ ਨੂੰ ਨੌਕਰੀਆਂ ਦੇਣੀਆਂ, ਪਹਿਲੀ ਗੱਲ। ਦੂਜੀ ਗੱਲ, ਘਰ ਘਰ ਨੌਕਰੀ ਜਾਂ ਘਰ ਘਰ ਰੋਜ਼ਗਾਰ ਦੇਣ ਦੇ ਵਾਅਦੇ ਦੀ ਗੱਲ ਵਫਾ ਕਦੋਂ ਹੋਏਗੀ? ਹੁਣ ਤਾਂ 6 ਮਹੀਨੇ ਮੁਸ਼ਕਿਲ ਨਾਲ ਰਹਿ ਗਏ ਨੇ। ਇਹਨਾਂ 6 ਮਹੀਨਿਆਂ ਦੇ ਵਿੱਚ ਘਰ ਘਰ ਰੋਜ਼ਗਾਰ ਹੋ ਜਾਏਗਾ ਜਾਂ ਘਰ ਘਰ ਨੌਕਰੀ ਹੋ ਜਾਏਗੀ? ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ। ਸਾਡੇ ਨਾਲ ਖਾਸ ਮਹਿਮਾਨ ਜੁੜੇ ਹੋਏ ਨੇ। ਸਭ ਤੋਂ ਪਹਿਲਾਂ ਜਾਣ ਪਛਾਣ ਕਰਾਉਂਦੇ ਹਾਂ ਮਹਿਮਾਨਾਂ ਦੇ ਨਾਲ। ਪ੍ਰੋਫੈਸਰ ਜਗਤਾਰ ਸਿੰਘ ਸੰਘੇੜਾ ਸਾਹਿਬ, ਬੁਲਾਰੇ ਆਮ ਆਦਮੀ ਪਾਰਟੀ ਦੇ। ਮਹੇਸ਼ਿੰਦਰ ਸਿੰਘ ਗਰੇਵਾਲ ਸਾਹਿਬ, ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ। ਗੁਰਵਿੰਦਰ ਸਿੰਘ ਬਾਲੀ ਸਾਹਿਬ, ਬੁਲਾਰੇ ਨੇ ਪੰਜਾਬ ਕਾਂਗਰਸ ਦੇ। ਸੁਖਵਿੰਦਰ ਸਿੰਘ ਢਿਲਵਾ, ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ਦੇ ਪ੍ਰਧਾਨ ਨੇ। ਸੰਦੀਪ ਸਿੰਘ, ਮੈਂਬਰ ਨੇ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ। ਬਹੁਤ ਬਹੁਤ ਸਵਾਗਤ ਹੈ ਸਾਰੇ ਮਹਿਮਾਨਾਂ ਦਾ। ਅੱਗੇ ਵਧਣ ਤੋਂ ਪਹਿਲਾਂ ਗ੍ਰਾਫਿਕ ਦੇ ਜ਼ਰੀਏ ਪੂਰਾ ਮੁੱਦਾ ਸਮਝਾ ਦਿੰਦੇ ਹਾਂ ਤੁਹਾਨੂੰ। ਪੂਰਾ ਮੁੱਦਾ ਕੀ ਹੈ, ਦਲੀਲ ਕੀ ਦਿੱਤੀ ਜਾ ਰਹੀ ਹੈ, ਉਹ ਸਾਰੀਆਂ ਚੀਜ਼ਾਂ। ਦਰਅਸਲ ਘਰ ਘਰ ਨੌਕਰੀ ਦਾ ਵਾਅਦਾ ਸੀ ਜਾਂ ਵਿਧਾਇਕਾਂ ਦੇ ਘਰ ਨੌਕਰੀ ਦਾ ਵਾਅਦਾ, ਇਹ ਵਿਰੋਧੀ ਧਿਰਾਂ ਸਵਾਲ ਪੁੱਛ ਰਹੀਆਂ ਨੇ। ਕੈਪਟਨ ਸਰਕਾਰ ਨੇ ਰਾਕੇਸ਼ ਪੰਡਿਤ ਤੇ ਫਤਿਹਜੰਗ ਬਾਜਵਾ ਦੇ ਪੁੱਤਰਾਂ ਨੂੰ ਨੌਕਰੀ ਦੇਣ ਦਾ ਐਲਾਨ ਕੀਤਾ। ਨੌਕਰੀ ਦੇਣ ਦਾ ਤਰਕ ਕੀ ਦੱਸਿਆ ਜਾ ਰਿਹਾ? ਵਿਧਾਇਕਾਂ ਦੇ ਪਿਤਾ ਅੱਤਵਾਦੀ ਹਮਲਿਆਂ ਦੇ ਵਿੱਚ ਮਾਰੇ ਗਏ ਸਨ, ਇਸ ਕਰਕੇ ਇਹਨਾਂ ਦੋਵਾਂ ਦੀ ਨੌਕਰੀ ਬਣਦੀ ਹੈ। ਕੈਪਟਨ ਵਿਧਾਇਕਾਂ ਨੂੰ ਖੁਸ਼ ਕਰਕੇ ਆਪਣੇ ਖੇਮੇ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ। ਇਹ ਵਿਰੋਧੀ ਧਿਰਾਂ ਇਲਜ਼ਾਮ ਲਗਾ ਰਹੀਆਂ ਨੇ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਖਤਮ ਹੋ ਚੁੱਕੀ ਹੈ। ਇਹ ਦੋ ਜਿਹੜੇ ਬੱਚੇ ਸੀਗੇ, ਸਿਰਫ ਇਹਨਾਂ ਨੂੰ ਨੌਕਰੀ ਨਹੀਂ ਮਿਲੀ ਸੀ ਜਿਹਨਾਂ ਨੂੰ ਮਿਲ ਗਈ ਹੈ। ਧੱਕੇ ਖਾਰੇ ਪੜ੍ਹੇ ਲਿਖੇ ਨੌਜਵਾਨਾਂ ਦੀ ਸਾਰ ਕੌਣ ਲਏਗਾ? ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਕੈਪਟਨ ਵਿਧਾਇਕਾਂ ਨੂੰ ਨੌਕਰੀ ਦੇ ਕੇ ਆਪਣੀ ਸਰਕਾਰ ਬਚਾ ਰਹੇ ਨੇ। ਇਹ ਵਿਰੋਧੀ ਧਿਰਾਂ ਸਵਾਲ ਖੜਾ ਕਰ ਰਹੀਆਂ ਨੇ ਕਿ ਇਦਾਂ ਲੱਗਦਾ ਕਿ ਹੁਣ ਕੈਪਟਨ ਸਰਕਾਰ ਇਹ ਚਾਹੁੰਦੀ ਹੈ, ਮੁੱਖ ਮੰਤਰੀ ਕੈਪਟਨ ਚਾਹੁੰਦੇ ਨੇ ਕਿ ਵਿਧਾਇਕਾਂ ਨੂੰ ਨੌਕਰੀ ਦੇ ਕੇ ਆਪਣੇ ਖੇਮੇ ਦੇ ਵਿੱਚ ਕਰ ਲਿਆ ਜਾਵੇ। ਇਹਦੇ ਪਿੱਛੇ ਦਲੀਲ ਦਿੱਤੀ ਜਾ ਰਹੀ ਹੈ। ਉਹ ਦਲੀਲ ਸਮਝਣੀ ਬੜੀ ਜ਼ਰੂਰੀ ਹੈ ਕਿ ਇਹਨਾਂ ਦੋਵਾਂ ਨੂੰ ਨੌਕਰੀ ਅਸੀਂ ਦਿਆਂਗੇ ਤਾਂ ਕਿਉਂ ਦਿਆਂਗੇ, ਉਹਨਾਂ ਪਿੱਛੇ ਦਲੀਲ ਵੀ ਤੁਹਾਨੂੰ ਸੁਣਾ ਦਿੰਦੇ ਹਾਂ। ਸਰਕਾਰ ਇਹ ਕਹਿੰਦੀ ਹੈ ਕਿ ਇਹਨਾਂ ਦੋਵੇਂ ਵਿਧਾਇਕਾਂ ਦੇ ਪਿਤਾ ਵੱਖ-ਵੱਖ ਅੱਤਵਾਦੀ ਹਮਲਿਆਂ ਦੇ ਵਿੱਚ ਮਾਰੇ ਗਏ ਸਨ, ਇਸ ਲਈ ਤਰਸ ਦੇ ਆਧਾਰ ਤੇ ਇਹ ਨੌਕਰੀਆਂ ਇਹਨਾਂ ਨੂੰ ਵੰਡੀਆਂ ਜਾ ਰਹੀਆਂ ਨੇ, ਰਿਓੜੀਆਂ ਵੰਡੀਆਂ ਜਾ ਰਹੀਆਂ ਨੇ। ਦਾਅਵਾ ਇਹ ਕੀਤਾ ਜਾ ਰਿਹਾ ਕਿ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਸ ਤੇ ਇਤਰਾਜ਼ ਜਤਾਇਆ ਜਾ ਰਿਹਾ, ਜਦਕਿ ਕੈਪਟਨ ਸਰਕਾਰ ਕੈਬਨਿਟ ਦੀ ਬੈਠਕ ਦੇ ਵਿੱਚ ਮੌਜੂਦਾ ਨਿਯਮਾਂ ਨੂੰ ਮੁਕਲਾ ਕਰਕੇ ਨਿਯੁਕਤੀ ਦਾ ਰਾਹ ਪੱਧਰਾ ਕਰਨ ਦੀ ਤਾਕ ਦੇ ਵਿੱਚ ਹੈ। ਨੈਕਸਟ ਜਿਹੜੀ ਮੀਟਿੰਗ ਹੋਏਗੀ ਕੈਬਨਿਟ ਦੀ, ਉਸ ਦੇ ਵਿੱਚ ਹੋ ਸਕਦਾ ਇਸ ਤੇ ਆਖਰੀ ਮੋਹਰ ਵੀ ਲੱਗ ਜੇ। ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਜਿਹੜੇ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਉਹ ਸਟੈਂਡ ਕਿੱਥੇ ਕਰਦੀਆਂ ਨੇ? ਉਹ ਨਿਯਮ ਸਮਝਣੇ ਬੜੇ ਜ਼ਰੂਰੀ ਨੇ। ਜਦੋਂ ਵੀ ਤਰਸ ਦੇ ਆਧਾਰ ਤੇ ਨੌਕਰੀ ਦਿੱਤੀ ਜਾਂਦੀ ਹੈ ਤਾਂ ਕੁਝ ਨਿਯਮ ਹੁੰਦੇ ਨੇ, ਕਿ ਉਹ ਨਿਯਮ ਇੱਥੇ ਲਾਗੂ ਹੋ ਰਹੇ ਨੇ ਜਾਂ ਨਹੀਂ ਹੋ ਰਹੇ। ਇਹ ਵੀ ਤੁਹਾਨੂੰ ਇੱਕ ਵਾਰ ਦਿਖਾ ਦਿੰਦੇ ਹਾਂ ਕਿ ਨਿਯਮ ਕੀ ਨੇ। ਨਿਯਮਾਂ ਦੇ ਮੁਤਾਬਕ ਅੱਤਵਾਦੀ ਹਮਲੇ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਦੇ ਆਰਥਿਕ ਹਾਲਾਤ ਵੇਖ ਕੇ ਹੀ ਨੌਕਰੀਆਂ ਦਿੱਤੀਆਂ ਜਾਂਦੀਆਂ ਨੇ। ਕਿ ਆਰਥਿਕ ਹਾਲਾਤ ਕਿਵੇਂ ਦੇ ਨੇ? ਨੌਕਰੀ ਦੇਣ ਤੋਂ ਪਹਿਲਾਂ ਇਹ ਵੀ ਵੇਖਿਆ ਜਾਂਦਾ ਕਿ ਨੌਕਰੀ ਲੈਣ ਵਾਲਾ ਸ਼ਖਸ ਮਰਨ ਵਾਲੇ ਤੇ ਕਿੰਨਾ ਕੁ ਨਿਰਭਰ ਸੀਗਾ, ਯਾਨੀ ਕਿ ਉਹਦੇ ਬਿਨਾਂ ਉਹਦਾ ਸਰਦਾ ਕਿ ਨਹੀਂ ਸਰਦਾ। ਸੁਪਰੀਮ ਕੋਰਟ ਅਜਿਹੇ ਹਾਲਾਤਾਂ ਦੇ ਵਿੱਚ ਨੌਕਰੀ ਦੇਣ ਲਈ ਸਮਾਂ ਹੱਦ ਵੀ ਤੈਅ ਕਰ ਚੁੱਕੀ ਹੈ ਕਿ ਸਮਾਂ ਹੱਦ ਤੈਅ ਹੋਣੀ ਚਾਹੀਦੀ ਹੈ। ਫਤਿਹਜੰਗ ਬਾਜਵਾ ਤੇ ਰਾਕੇਸ਼ ਪੰਡਿਤ ਦੇ ਪਿਤਾ ਦੀਆਂ ਮੌਤਾਂ ਨੂੰ 3 ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਹੋ ਚੁੱਲਿਆ, ਲਗਭਗ 30 ਸਾਲ ਤੋਂ ਵੱਧ ਦਾ ਸਮਾਂ ਹੋ ਚੱਲਿਆ। 30 ਸਾਲ ਬਾਅਦ ਸਰਕਾਰ ਨੂੰ ਅੱਜ ਨੌਕਰੀਆਂ ਯਾਦ ਆਈਆਂ ਨੇ। ਤਰਸ ਦੇ ਆਧਾਰ ਤੇ ਇਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਨੇ। ਸਭ ਤੋਂ ਪਹਿਲਾਂ ਜਿਹੜੇ ਬੇਰੁਜ਼ਗਾਰ ਨੌਜਵਾਨ ਨੇ ਉਹਨਾਂ ਤੋਂ ਹੀ ਸ਼ੁਰੂਆਤ ਕਰਾਂਗੇ, ਕਿਉਂਕਿ ਹੱਕ ਬਣਦਾ ਉਹਨਾਂ ਦਾ। ਜਦੋਂ ਸੱਤਾਧਾਰੀ ਧਿਰ ਇਹ ਕਹਿੰਦੀ ਰਹੀ ਕਿ ਅਸੀਂ ਘਰ ਘਰ ਨੌਕਰੀ ਦਿਆਂਗੇ, ਅਸੀਂ ਕਿਸੇ ਨੂੰ ਵੀ ਬੇਰੁਜ਼ਗਾਰ ਨਹੀਂ ਰਹਿਣ ਦਿਆਂਗੇ, ਤਾਂ ਅੱਜ ਜਿਹੜੇ ਇਹ ਲੋਕ ਧੱਕੇ ਖਾਰ ਨੇ ਤਾਂ ਬੜਾ ਜ਼ਰੂਰੀ ਹੈ ਕਿ ਰਿਐਕਸ਼ਨ ਪਹਿਲਾਂ ਇਹਨਾਂ ਤੋਂ ਹੀ ਲਿਆ ਜਾਵੇ। ਸੰਦੀਪ ਸਿੰਘ ਹੋਰਾਂ ਤੋਂ ਰਿਐਕਸ਼ਨ ਲੈਣੇ। ਸੰਦੀਪ ਸਿੰਘ,
ਸਰਕਾਰ ਇਹ ਦਾਵਾ ਕਰਦੀ ਕਿ ਤਰਸ ਦੇ ਆਧਾਰ ਤੇ ਅਸੀਂ ਨੌਕਰੀਆਂ ਦੇ ਰਹੇ ਹਾਂ ਔਰ ਨੌਕਰੀਆਂ ਦੇਣੀਆਂ ਬਣਦੀਆਂ ਸੀਗੀਆਂ, ਇਹਨਾਂ ਦਾ ਹੱਕ ਹੈ। ਕੀ ਤੁਹਾਨੂੰ ਲੱਗਦਾ ਕਿ ਸਰਕਾਰ ਨੇ ਫੈਸਲਾ ਸਹੀ ਕੀਤਾ? ਦੇਖੋ, ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਬੇਰੁਜ਼ਗਾਰਾਂ ਦੇ ਨਾਲ ਇੱਕ ਬਹੁਤ ਵੱਡਾ ਵਾਅਦਾ ਕਰਕੇ ਸੱਤਾ ਦੇ ਵਿੱਚ ਆਏ ਸੀਗੇ ਜੀ ਕਿ ਅਸੀਂ ਹਰੇਕ ਘਰ ਦੇ ਵਿੱਚ ਹਰੇਕ ਬੇਰੁਜ਼ਗਾਰ ਨੂੰ, ਨੌਜਵਾਨ ਨੂੰ ਨੌਕਰੀ ਦੇਵਾਂਗੇ। ਪਰ ਕਿਤੇ ਨਾ ਕਿਤੇ ਇਹ ਦੇਖਣ ਨੂੰ ਮਿਲ ਕੇ ਸਰਕਾਰ ਬੇਰੁਜ਼ਗਾਰਾਂ ਨੂੰ ਨੌਕਰੀ ਦੇਣ ਦੇ ਵਿੱਚ ਤਾਂ ਬਿਲਕੁਲ ਫੇਲ ਹੋ ਚੁੱਕੀ ਹੈ। ਕੋਈ ਨੌਕਰੀ ਨਹੀਂ ਮਿਲੀ ਕਿਉਂਕਿ ਪਿਛਲੇ 153 ਦਿਨਾਂ ਤੋਂ ਅਸੀਂ ਵਿਜੇ ਇੰਦਰ ਸਿੰਗਲਾ ਜੋ ਸਿੱਖਿਆ ਮੰਤਰੀ ਹੈਗੇ ਨੇ ਉੱਥੇ ਅਸੀਂ ਧਰਨਾ ਲਾਈ ਬੈਠੇ ਆ। ਸਾਡੇ ਜਿਹੜੇ ਸਾਥੀ ਨੇ ਉਹ ਸਰਕਾਰ ਦੀਆਂ ਜੋ ਇਹਨਾਂ ਨੇ ਯੋਗਤਾਵਾਂ ਰੱਖੀਆਂ ਨੇ ਨੌਕਰੀ ਲਈ ਉਹ ਵੀ ਪਾਸ ਨੇ, 2-3 ਵਾਰ ਟੈਸਟ ਕਲੀਅਰ ਕੀਤੇ ਹੋਏ ਨੇ। ਪਰ ਨੌਕਰੀਆਂ ਦੇ ਨਾਂ ਤੇ ਸਰਕਾਰ ਬੇਰੁਜ਼ਗਾਰਾਂ ਨੂੰ ਬੇਵਕੂਫ ਬਣਾ ਰਹੀ ਆ। ਉਹ ਕਿਵੇਂ? ਕਿਉਂਕਿ 5-5 10-10 ਇਹ ਨੌਕਰੀਆਂ ਕੱਢਦੇ ਨੇ ਤੇ ਹਜ਼ਾਰਾਂ ਰੁਪਈਆ ਇਹ ਫੀਸਾਂ ਦਾ ਬਟੋਰਦੇ ਨੇ। ਅਸਲ ਦੇ ਵਿੱਚ ਜੋ ਆਹ ਡੀਐਸਪੀ ਤੇ ਤਹਿਸੀਲਦਾਰ ਲਗਾਇਆ ਜਾ ਰਿਹਾ ਹੈ ਵਿਧਾਇਕਾਂ ਦੇ ਪੁੱਤ ਪੋਤਰਿਆਂ ਨੂੰ, ਅਸਲ ਦੇ ਵਿੱਚ ਇਹ ਕਿਤੇ ਨਾ ਕਿਤੇ ਆਪਣੀ ਸਰਕਾਰ ਨੂੰ ਬਚਾਉਣ ਦੇ ਲਈ ਜਿਹੜੀ ਹੈਗੀ ਪਾਲਿਸੀ ਹੈਗੀ ਸਰਕਾਰ ਦੀ। ਬੇਰੁਜ਼ਗਾਰਾਂ ਨਾਲ ਵੱਲ ਉਹਨਾਂ ਦਾ ਕੋਈ ਧਿਆਨ ਨਹੀਂ, ਕਿਉਂਕਿ ਪਿੱਛੇ ਜੇ ਸਾਡਾ ਇੱਕ ਸਾਥੀ ਜਗਸੀਰ ਸਿੰਘ ਚੱਕ ਭਾਈਕੇ ਵਾਲਾ ਨੌਕਰੀ ਨਾ ਮਿਲਣ ਕਰਕੇ ਉਹ ਖੁਦਕੁਸ਼ੀ ਕਰ ਗਿਆ ਤੇ ਸਾਡੀ ਸਰਕਾਰ ਤੋਂ ਉਦੋਂ ਮੰਗ ਸੀਗੀ ਕਿ ਵੀ ਘੱਟੋ ਘੱਟ ਉਸਦੇ ਪਰਿਵਾਰ ਨੂੰ 10 ਲੱਖ ਰੁਪਇਆ ਮੁਆਵਜ਼ਾ ਤੇ ਉਸਦੇ ਪਰਿਵਾਰ ਨੂੰ ਦੇ ਵਿੱਚੋਂ ਕਿਸੇ ਇੱਕ ਜੀ ਨੂੰ ਨੌਕਰੀ ਦਿੱਤੀ ਜਾਵੇ। ਪਰ ਤੇ ਸਾਡੀ ਮੀਟਿੰਗ ਹੋਈ ਸਿੱਖਿਆ ਸਕੱਤਰ ਸਾਹਿਬ ਨਾਲ ਤੇ ਸਾਨੂੰ ਉਲਟਾ ਸਿੱਖਿਆ ਸਕੱਤਰ ਸਾਹਿਬ ਨੇ ਇਹ ਕਿਹਾ ਵੀ ਉਲਟਾ ਉਹਦੇ ਪਰਚਾ ਦਰਜ ਹੋਣਾ ਚਾਹੀਦਾ ਵੀ ਉਹ ਸੁਸਾਈਡ ਕਰ ਗਿਆ। ਤੁਸੀਂ ਦੇਖੋ ਕਿੰਨੀ ਹਾਸੋਹੀਣੀ ਗੱਲ ਹੈ। ਤੇ ਜਦ ਕਿ ਦੂਜੇ ਪਾਸੇ ਜਿਹੜੇ ਵਿਧਾਇਕਾਂ ਦੇ ਪੁੱਤ ਪੋਤਰੇ ਹੈਗੇ ਨੇ, ਆਰਥਿਕ ਹਾਲਤ ਤੁਸੀਂ ਪਹਿਲਾਂ ਦੱਸ ਕੇ ਹਟੇ ਹੋ ਵੀ ਕੁਝ ਨੌਰਮਸ ਹੁੰਦੇ ਨੇਗੇ ਨੌਕਰੀ ਦੇਣ ਦੇ ਲਈ, ਤਾਂ ਕਿਹੜੇ ਪਾਸੇ ਉਹ ਗਰੀਬ ਨੇ, ਕਿਹੜੇ ਪਾਸੇ ਉਹ ਲੋੜਵੰਦ ਨੇ? ਕਿਸੇ ਪਾਸੇ ਉਹ ਲੋੜਵੰਦ ਨਹੀਂ, ਸਿਰਫ ਸਰਕਾਰ ਬਚਾਉਣ ਦੇ ਲਈ ਇਹ ਕਰ ਰਹੇ ਨੇ ਤੇ ਸਰਕਾਰ ਪੂਰੀ ਤਰ੍ਹਾਂ ਮੇਰੇ ਹਿਸਾਬ ਦੇ ਨਾਲ ਫੇਲ ਹੋ ਚੁੱਕੀ ਹੈ। ਹੁਣ 6 ਮਹੀਨਿਆਂ ਦਾ ਮਸਾ ਸਮਾਂ ਬਚਿਆ ਤੇ ਅਸੀਂ ਲਗਾਤਾਰ ਸਰਕਾਰ ਦੇ ਨਾਲ ਠੀਕ ਹੈ ਢਿਲਵਾਂ ਸਾਹਿਬ ਤੋਂ ਵੀ ਰਿਐਕਸ਼ਨ ਲੈ ਲਓ। ਹਾਂਜੀ, ਸੁਖਵਿੰਦਰ ਸਿੰਘ ਢਿਲਵਾਂ ਸਾਹਿਬ ਨਹੀਂ ਮਿਲਦਾ, ਮੋਤੀ ਮਹਿਲ ਜਾਂਦੇ ਆ ਜਿੱਥੇ ਸਾਡਾ ਸਵਾਗਤ ਡਾਂਗਾ ਦੇ ਨਾਲ ਹੁੰਦਾ ਜੀ। ਸੁਖਵਿੰਦਰ ਸਿੰਘ ਢਿਲਵਾਂ ਸਾਹਿਬ ਤੁਹਾਡੇ ਤੋਂ ਵੀ ਇੱਕ ਰਿਐਕਸ਼ਨ ਜ਼ਰੂਰ ਚਾਹਾਂਗੇ ਕਿਉਂਕਿ ਅਸੀਂ ਲਗਾਤਾਰ ਇਹ ਤਸਵੀਰਾਂ ਦੇਖਦੇ ਰਹਿੰਦੇ ਆ ਕਿ ਮੋਤੀ ਮਹਿਲ ਦਾ ਘਿਰਾਓ ਕਰਦੇ ਹੋ ਤੁਸੀਂ, ਉੱਥੇ ਲਾਠੀ ਚਾਰਜ ਵੀ ਹੁੰਦਾ ਹੈ। ਪਰ ਕੀ ਤੁਹਾਨੂੰ ਲੱਗਦਾ ਕਿ ਹਰੇਕ ਦਾ ਇੱਕ ਕ੍ਰਾਈਟੇਰੀਆ ਹੁੰਦਾ? ਤੁਹਾਡਾ ਆਪਣਾ ਵੱਖਰਾ ਕ੍ਰਾਈਟੇਰੀਆ, ਤਰਸ ਦੇ ਆਧਾਰ ਤੇ ਜਿਨ੍ਹਾਂ ਨੂੰ ਨੌਕਰੀ ਦਿੱਤੀ ਗਈ ਉਹਨਾਂ ਦਾ ਆਪਣਾ ਇੱਕ ਵੱਖਰਾ ਕ੍ਰਾਈਟੇਰੀਆ, ਉਹਨਾਂ ਦਾ ਵੀ ਹੱਕ ਬਣਦਾ ਤੇ ਤੁਹਾਡਾ ਵੀ ਹੱਕ ਬਣਦਾ? ਸਵਾਲ ਤਾਂ ਸਰ ਇਹ ਬਣਦਾ ਕਿ ਬਿਲਕੁਲ ਅਸੀਂ ਚਾਹੁੰਦੇ ਹਾਂ ਪੰਜਾਬ ਦੇ ਹਰੇਕ ਨੌਜਵਾਨ ਨੂੰ ਨੌਕਰੀ ਮਿਲੇ, ਉਹ ਜਿਹੜੇ ਮਰਜ਼ੀ ਪਰਿਵਾਰ ਦਾ ਹੋਵੇ। ਸਾਨੂੰ ਇਸ ਗੱਲ ਤੇ ਇਤਰਾਜ਼ ਨਹੀਂ। ਇਤਰਾਜ਼ ਇਸ ਗੱਲ ਤੇ ਹੈ ਕਿ ਜਿਹੜੇ ਟਾਵਰ ਤੇ ਸਾਡੇ ਸਾਥੀ ਬੈਠੇ ਆ ਪਟਿਆਲੇ ਚੜੇ ਹੋਏ ਆਪਣੇ ਰੁਜ਼ਗਾਰ ਵਾਸਤੇ, ਇਹ ਨੌਕਰੀਆਂ ਉਹਨਾਂ ਵਾਸਤੇ ਕਿਉਂ ਨਹੀਂ? ਜਿਹੜੇ ਹੋਰ ਹਜ਼ਾਰਾਂ ਲੋਕ ਅੱਤਵਾਦ ਮੌਕੇ ਤੇ ਪੀੜਤ ਪਰਿਵਾਰ ਬੈਠੇ ਆ ਪਿੰਡਾਂ ਦੇ ਵਿੱਚ, ਜਿਹੜੇ ਡੀਸੀ ਦਫ਼ਤਰਾਂ 'ਚ ਇਸ ਗੱਲ ਦੇ ਧੱਕੇ ਖਾਂਦੇ ਆ ਕਿ ਸਾਡੀ ਡੈਥ ਦਾ ਸਰਟੀਫਿਕੇਟ ਬਣਾ ਦਿੱਤਾ ਜਾਵੇ, ਸਾਡੀ ਪੈਨਸ਼ਨ ਲਾਗੂ ਕਰ ਦਿੱਤੀ ਜਾਵੇ, ਇਹ ਕੈਪਟਨ ਸਾਹਿਬ ਦੀ ਸਵੱਲੀ ਨਜ਼ਰ ਉੱਥੇ ਕਿਉਂ ਨਹੀਂ ਪੈਂਦੀ? ਪੰਜਾਬ ਦੇ ਬੇਰੁਜ਼ਗਾਰ ਅਨੇਕਾਂ ਖੁਦਕੁਸ਼ੀਆਂ ਕਰ ਚੁੱਕੇ ਨੇ, ਬੇਰੁਜ਼ਗਾਰੀ ਧੋਕੇ ਹੋਈ। ਇਹ ਨਹੀਂ ਕਿ ਖੁਦਕੁਸ਼ੀ ਕਰਨਾ ਅਸੀਂ ਮੰਨਦੇ ਆ ਕਿ ਕੋਈ ਜੁਰਮ ਹੈ, ਜਿਵੇਂ ਸਕੱਤਰ ਸਾਹਿਬ ਨੇ ਪਹਿਲਾਂ ਵੀ ਗੱਲ ਕਹੀ ਹੈ, ਪਰ ਉਹ ਖੁਦਕੁਸ਼ੀ ਦੇ ਕਾਰਨ ਕੀ ਹੈ ਉਹਨਾਂ ਨੂੰ ਲੱਭ ਕੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਕਿਉਂ ਨਹੀਂ, ਆਪਣੇ ਪਰਿਵਾਰਾਂ ਨੂੰ ਰਿਉੜੀਆਂ ਕਿਉਂ? ਇਹ ਸਵਾਲ ਬਣਦਾ ਹੈ। ਅਸੀਂ ਇਸ ਗੱਲ ਤੇ ਰਿਐਕਸ਼ਨ ਨਹੀਂ ਕਰਦੇ ਕਿ ਉਹਨਾਂ ਦਾ ਕ੍ਰਾਈਟੇਰੀਆ ਇਸ ਜਿਹੜੀ ਯੋਗਤਾ ਰੱਖਦਾ, ਠੀਕ ਹੈ ਨੌਕਰੀ ਦੇ ਦਿੱਤੀ ਜਾਵੇ, ਪਰ ਇਕੱਲੇ ਕੈਪਟਨ ਦੇ ਨਾਲ ਖੜੇ ਵਿਧਾਇਕਾਂ ਦੇ ਪੁੱਤਰਾਂ ਨੂੰ ਕਿਉਂ? ਦੂਜੇ ਵਿਰੋਧੀ ਵੀ ਬੈਠੇ ਆ ਸਾਡੇ ਪੰਜਾਬ ਦੇ ਬੇਰੁਜ਼ਗਾਰ, ਜਿਹੜੇ ਬੀਐਡ ਅਧਿਆਪਕ ਬੈਠੇ ਆ, ਅਨੇਕਾਂ ਕੈਟਾਗਰੀਆਂ ਦੇ ਹੋਰ ਬੇਰੁਜ਼ਗਾਰ ਬੈਠੇ ਆ ਜਿਹੜੇ ਮੋਤੀ ਮਹਿਲ ਜਾ ਕੇ ਮੰਗ ਕਰਦੇ ਆ। ਉਹਨਾਂ ਦੀਆਂ ਸਾਰੀਆਂ ਯੋਗਤਾਵਾਂ ਉਹ ਪੂਰੀਆਂ ਨੇ ਜਿਹੜੀਆਂ ਮਹਿਕਮਿਆਂ ਦੇ ਵਿੱਚ ਭਰਤੀ ਹੋਣ ਵਾਸਤੇ ਚਾਹੀਦੀਆਂ ਨੇ, ਫਿਰ ਉਹਨਾਂ ਵਾਸਤੇ ਨੌਕਰੀਆਂ ਕਿਉਂ ਨਹੀਂ? ਇਹ ਕ੍ਰਾਈਟੇਰੀਆ ਦੂਰਾ ਕਿਉਂ ਸਰਕਾਰ ਵੱਲੋਂ ਅਪਣਾਇਆ ਜਾ ਰਿਹਾ? ਸਾਡਾ ਸਵਾਲ ਇਹ ਹੈ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰ ਵੱਡੀ ਗਿਣਤੀ ਦੇ ਵਿੱਚ ਨੇ, ਹਰੇਕ ਕੈਟਾਗਰੀ ਦੇ ਹਰੇਕ ਤਰ੍ਹਾਂ ਦੇ ਬੇਰੁਜ਼ਗਾਰ ਨੂੰ ਨੌਕਰੀਆਂ ਕਿਉਂ ਨਹੀਂ ਦਿੱਤੀਆਂ ਜਾ ਰਹੀਆਂ? ਇਕੱਲੇ ਵਿਧਾਇਕਾਂ ਦੇ ਕਿਉਂ ਪੁੱਤਰਾਂ ਨੂੰ ਜਾਂ ਪੋਤਿਆਂ ਨੂੰ ਨੌਕਰੀਆਂ ਕਿਉਂ? ਇਹ ਇੱਕ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ ਹੈ। ਲਗਭਗ ਦੋਵੇਂ ਜਿਹੜੇ ਬੇਰੁਜ਼ਗਾਰ ਨੇ ਇਹਨਾਂ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਬਚਾਉਣ ਦੇ ਲਈ ਕੁਝ ਕੀਤਾ ਜਾ ਰਿਹਾ, ਕਿਉਂਕਿ ਜੋ ਅੱਜ ਕਾਂਗਰਸ ਦੇ ਵਿੱਚ ਹਾਲਾਤ ਬਣੇ ਹੋਏ ਨੇ ਉਹਨਾਂ ਹਾਲਾਤਾਂ ਦੇ ਵਿੱਚ ਦੋ ਖੇਮਿਆਂ ਦੇ ਵਿੱਚ ਜੇ ਵੰਡਿਆ ਹੋਇਆ, ਕਿਹੜਾ ਖੇਮਾ ਜ਼ਿਆਦਾ ਸਟਰੋਂਗ ਰਹੇਗਾ, ਕਿਹੜਾ ਵੀਕ ਰਹੇਗਾ, ਇਹ ਇਸੇ ਗੱਲ ਨੂੰ ਹੀ ਇਹ ਤਰਕ ਬਣਾਇਆ ਜਾ ਰਿਹਾ ਕਿ ਨੌਕਰੀਆਂ ਦੇ ਕੇ ਆਪਣਾ ਖੇਮਾ ਮਜ਼ਬੂਤ ਕੀਤਾ ਜਾਵੇ। ਸੰਘੇੜਾ ਸਾਹਿਬ ਇਹ ਅਕਸਰ ਹੀ ਹੁੰਦਾ ਹੈ ਕਿ ਕੁਝ ਕਮਿਟਮੈਂਟਸ ਵੀ ਤਾਂ ਹੁੰਦੀਆਂ ਨੇ, ਲੀਡਰਾਂ ਦੇ ਨਾਲ ਕਮਿਟਮੈਂਟਸ ਹੁੰਦੀਆਂ ਨੇ, ਵਿਧਾਇਕਾਂ ਨਾਲ ਕਮਿਟਮੈਂਟਸ ਹੁੰਦੀਆਂ ਨੇ ਕਿ ਜੇ ਸਾਡੀ ਸਰਕਾਰ ਆਈ ਤਾਂ ਚਲੋ ਤੁਹਾਡੇ ਪੁੱਤ ਪੋਤਰਿਆਂ ਨੂੰ ਵੀ ਅਸੀਂ ਨੌਕਰੀਆਂ ਦੇ ਦੇਵਾਂਗੇ। ਹਰੇਕ ਸਰਕਾਰ ਕਰਦੀ ਹੈ। ਅੱਜ ਜੇ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਰ ਦਿੱਤਾ ਤਾਂ ਐਡਾ ਵਾਹ ਰੌਲਾ ਕਿਉਂ ਹੈ? ਹਰਪ੍ਰੀਤ ਜੀ, ਇੰਨਾ ਸਿੰਪਲ ਨਹੀਂ ਹੈਗਾ ਇਹ ਜਿਸ ਤਰ੍ਹਾਂ ਤੁਸੀਂ ਸਵਾਲ ਕੀਤਾ ਹੈ ਕਿ ਇਹ ਕੋਈ ਪਹਿਲਾਂ ਦੀ ਅਗਾਊਂ ਕਮਿਟਮੈਂਟ ਨਹੀਂ ਸੀਗੀ, ਇਹ ਤਾਂ ਗਿਵਨ ਹੀ ਹੁੰਦਾ ਆ ਕਿ ਇਹਨਾਂ ਨੇ
ਇਹਨਾਂ ਦੇ ਹੀ ਜਿਹੜੇ ਵੱਡੇ ਵੱਡੇ ਸਿਆਸੀ ਬੰਦੇ ਆ, ਉਹਨਾਂ 'ਚ ਕੁਝ ਜਿਹੜੇ ਬੰਦੇ ਸਾਰੀਆਂ ਪਾਰਟੀਆਂ 'ਚ ਇਮਾਨਦਾਰ ਥੋੜੇ ਬਹੁਤ ਹੁੰਦੇ, ਉਹਨਾਂ ਨੂੰ ਛੱਡ ਕੇ ਬਾਕੀਆਂ ਨੇ ਆਪਣੇ ਹੀ ਘਰ ਭਰਨੇ ਹੁੰਦੇ ਆ, ਜਿਹੜੇ ਮਰਜ਼ੀ ਤਰੀਕੇ ਨਾਲ ਭਰਨ, ਆਪਣੇ ਹੀ ਘਰ ਭਰਦੇ ਆ। ਪਰ ਇਹ ਜਿਹੜਾ ਮੁੱਦਾ ਆ, ਇਹ ਬੜਾ ਸੰਗੀਨ ਮੁੱਦਾ ਆ। ਆਈ ਵੁੱਡ ਸੇ ਮੇਰਾ ਤਾਂ ਬਹੁਤ ਮੂਡ ਆਫ ਹੋਇਆ, ਕੱਲ ਦਾ ਹੀ ਮਨ ਬਹੁਤ ਖਰਾਬ ਹੋਇਆ ਕਿ ਇੰਨੀ ਬੇਸ਼ਰਮੀ, ਇੰਨੀ ਗੁੰਡਾਗਰਦੀ। ਹਰਪ੍ਰੀਤ ਜੀ, ਕੱਲੀ ਇਹੀ ਨਹੀਂ ਹੈ ਵੀ ਤਰਸ ਦੇ ਆਧਾਰ ਤੇ ਜਾਂ ਵਿਕਟਮ ਨੇ ਇਸ ਕਰਕੇ ਨਾ ਨੌਕਰੀ ਦਿੱਤੀ ਜਾਂਦੀ ਹੈ। No, they are not victim. They have already got their share. ਪਾਂਡੇ ਸਾਹਿਬ ਦਾ ਜਦੋਂ ਮਰਡਰ ਹੋਇਆ, ਉਹਨਾਂ ਦੇ ਬੇਟੇ ਨੂੰ ਕੰਪਨਸੇਟਰੀ ਆਧਾਰ ਤੇ ਪਾਰਟੀ ਦੇ ਵਿੱਚ ਸਥਾਨ ਮਿਲਿਆ। ਬੇਅੰਤ ਸਿੰਘ ਮੁੱਖ ਮੰਤਰੀ ਦਾ ਕਤਲ ਹੋਇਆ, ਉਹਨਾਂ ਦੇ ਬੇਟੇ ਨੂੰ ਕੈਬਨਿਟ ਰੈਂਕ ਮਿਲਿਆ ਬਿਨਾਂ ਇਲੈਕਸ਼ਨ ਤੋਂ, ਮਿਲ ਗਿਆ। ਹਾਂਜੀ, ਇਹਨਾਂ ਸਾਰਿਆਂ ਨੂੰ ਇੱਕ ਵਾਰੀ ਉਹਦਾ ਮੁਆਵਜ਼ਾ ਮਿਲ ਚੁੱਕਾ ਆ। ਇਹ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਗੁੰਡਾਗਰਦੀ ਹੈ। ਇਹ ਸਾਡਾ ਕੱਲਾ ਇਲਜ਼ਾਮ ਨਹੀਂ ਹੈ, ਇਹ ਖਰੀਦੋ ਫਰੋਖਤ ਹੈ। ਜਦੋਂ ਕ੍ਰਾਈਸਿਸ 'ਚ ਹੈ, ਉਹਨਾਂ ਦੇ ਬੱਚਿਆਂ ਨੂੰ ਹੀ ਨੌਕਰੀਆਂ ਦੇ ਰਹੇ ਆ। ਆਹ ਮੁੰਡੇ ਜਿਹੜੇ ਇੱਥੇ ਟੀਵੀ ਤੇ ਬੈਠੇ, ਇਹਨਾਂ ਦਾ ਕੀ ਕਸੂਰ ਹੈ? ਇਹ ਵਿਚਾਰੇ ਫੇਰ ਵੀ ਦੱਬੀ ਗੱਲ ਨਾਲ ਕਰ ਰਹੇ ਆ ਕਿ ਸਾਡੇ ਸੁਸਾਈਡ ਮੁੰਡੇ ਨੇ ਕਰ ਲਿਆ, ਉਹਦਾ ਹੀ ਧਿਆਨ ਰੱਖ ਲਿਆ ਜਾਵੇ। ਹਾਂਜੀ, ਆਪਣੀਆਂ ਨੌਕਰੀਆਂ ਦੀ ਬੜੀ ਦੱਬੀ ਜ਼ਬਾਨ ਨਾਲ ਕਰ ਰਹੇ ਆ। ਮੈਂ ਜ਼ੋਰ ਦੇ ਕੇ ਤਾਂ ਹੀ ਕਹਿ ਰਿਹਾ ਕਿ ਇਹ ਸਰਕਾਰੀ ਗੁੰਡਾਗਰਦੀ ਹੈ। ਆਪਣੇ ਬੰਦਿਆਂ ਨੂੰ ਤੁਸੀਂ ਨੌਕਰੀਆਂ ਦੇਈ ਜਾਂਦੇ ਹੋ। ਕ੍ਰਿਮੀਨਲ ਐਕਟ ਹੈ ਇਹ। ਕੈਪਟਨ ਅਮਰਿੰਦਰ ਸਿੰਘ, ਤੁਸੀਂ ਪਰਚੇਜ ਕਰ ਰਹੇ ਹੋ। 2 ਬੰਦਿਆਂ ਦੇ ਘਰ 'ਚੋਂ ਇੱਕ ਨੂੰ ਤਹਿਸੀਲਦਾਰ ਲਾ ਰਹੇ ਹੋ, ਦੂਸਰੇ ਨੂੰ DSP ਲਾ ਰਹੇ ਹੋ। ਦੋਨਾਂ ਨੇ ਨੋਟ ਹੀ ਗਿਣਨੇ ਆ ਜਾ ਕੇ ਉੱਥੇ, ਬਿਨਾਂ ਕੰਪੀਟੀਸ਼ਨ ਤੋਂ, ਬਿਨਾਂ ਮੈਰਿਟ ਤੋਂ ਬੰਦੇ ਜਿਹੜੇ ਲੱਗਣਗੇ, ਉਹਨਾਂ ਨੇ ਕੀ ਉੱਥੇ ਜਾ ਕੇ ਇਨਸਾਫ ਕਰਨਾ ਆ? ਆ ਕੁਆਲੀਫਾਈਡ ਅਧਿਆਪਕਾਂ ਨੂੰ, ਟੀਚਰਾਂ ਨੂੰ, ਲੇਡੀਜ਼ ਨੂੰ ਤੁਸੀਂ ਸੜਕਾਂ ਤੇ ਘੜੀਸ ਰਹੇ ਹੋ। ਕੁਝ ਅਨਐਮਪਲੋਇਡ ਨੇ, ਕੁਝ ਅੰਡਰ ਐਮਪਲੋਇਡ ਨੇ। ਬੇਸ਼ਰਮੀ ਦੀ ਹੱਦ ਹੈ ਤੁਹਾਡੀ ਸਰਕਾਰ ਦੀ। ਇੱਕ ਵੀ ਤੁਸੀਂ ਵਾਅਦਾ ਨਹੀਂ ਪੂਰਾ ਕੀਤਾ। ਹਰਪ੍ਰੀਤ ਜੀ, ਇਹਨਾਂ ਨੇ ਕਿਹਾ ਸੀ ਘਰ ਘਰ ਨੌਕਰੀ, ਕਹਿੰਦੇ ਸੀ ਘੱਟੋ ਘੱਟ ਇੱਕ ਜ਼ਰੂਰ ਦੇਵਾਂਗੇ। ਕਿਸੇ ਨੂੰ ਕੁਝ ਵੀ ਨਹੀਂ ਕੀਤਾ ਹੈਗਾ। ਘੱਟੋ ਘੱਟ ਮੇਰੇ ਹਲਕੇ 'ਚ, ਨਕੋਦਰ 'ਚ ਜਾਂ ਦੁਆਬੇ 'ਚ ਤਾਂ ਮੈਨੂੰ ਦਿਸਿਆ ਨਹੀਂ। ਜੇ ਕਿਤੇ ਹੋਰ ਹੋਊਗਾ ਤਾਂ ਮੈਨੂੰ ਦੱਸ ਦਿਓ। ਚਲੋ ਠੀਕ ਹੈ, ਬਹੁਤ ਮਾੜੀ ਕਾਰਗੁਜ਼ਾਰੀ ਹੈ, ਬਹੁਤ ਮਾੜੀ ਕਾਰਗੁਜ਼ਾਰੀ ਹੈ। ਰਿਐਕਸ਼ਨ ਗਰੇਵਾਲ ਸਾਹਿਬ ਤੋਂ ਵੀ ਲੈ ਲਈਏ, ਫਿਰ ਬਾਲੀ ਸਾਹਿਬ ਤੋਂ ਜਵਾਬ ਲੈਣੇ। ਗਰੇਵਾਲ ਸਾਹਿਬ, ਇਸ ਪੂਰੇ ਮੁੱਦੇ ਤੇ ਤੁਹਾਡਾ ਕੀ ਰਿਐਕਸ਼ਨ ਹੈ? ਕਿਉਂਕਿ ਦੇਖੋ, ਇਲੈਕਸ਼ਨ ਨੇੜੇ ਆਉਣ ਵਾਲੀ ਹੈ, ਇਲੈਕਸ਼ਨ ਨੇੜੇ ਆਉਣ ਤੱਕ ਸਾਰੀਆਂ ਪਾਰਟੀਆਂ ਕੁਝ ਨਾ ਕੁਝ ਜ਼ੋਰ ਜ਼ਰੂਰ ਲਗਾਉਂਦੀਆਂ ਨੇ। ਕੀ ਇਸ ਚੀਜ਼ ਨੂੰ, ਇਹਨਾਂ ਨੌਕਰੀਆਂ ਨੂੰ ਇਸ ਕ੍ਰਾਈਸਿਸ ਦੇ ਨਾਲ ਜੋੜ ਕੇ ਦੇਖਣਾ ਚਾਹੀਦਾ ਕਿ ਪਾਰਟੀ ਦੇ ਅੰਦਰ ਕ੍ਰਾਈਸਿਸ ਹੈ, ਧੜਾ ਸਟਰੋਂਗ ਕਰਨਾ ਹੈ, ਇਸ ਕਰਕੇ ਨੌਕਰੀਆਂ ਦੇ ਦਿੱਤੀਆਂ ਗਈਆਂ? ਦੇਖੋ ਹਰਪ੍ਰੀਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਕਿ ਇਸ ਗੱਲ ਦਾ ਬਹੁਤ ਵੱਡਾ ਅਫਸੋਸ ਹੈ ਕਿ ਇਹ ਕੰਪੈਸ਼ਨੇਟ ਗਰਾਊਂਡ ਤੇ ਨੌਕਰੀ ਬਣਦੀ ਹੋਈ ਨਹੀਂ। ਕੰਪੈਸ਼ਨੇਟ ਗਰਾਊਂਡ ਤੇ ਸੁਪਰੀਮ ਕੋਰਟ ਦੀਆਂ ਇੱਕ ਨਹੀਂ ਕਾਊਂਟਲੈਸ ਜੱਜਮੈਂਟਸ ਆ ਚੁੱਕੀਆਂ ਨੇ। ਕੰਪੈਸ਼ਨੇਟ ਗਰਾਊਂਡ ਲਈ ਪਹਿਲੀ ਸਭ ਤੋਂ ਉਹਨਾਂ ਨੇ ਗੱਲ ਇਹ ਲਿਖੀ ਹੈ ਕਿ ਜੇ ਘਰ ਦਾ ਕਮਾਊ ਬੰਦਾ ਮਰ ਜਾਵੇ, ਉਸ ਤੋਂ ਬਾਅਦ ਕੋਈ ਕਮਾਉਣ ਵਾਲਾ ਨਾ ਰਵੇ, ਉਹਨਾਂ ਦਾ ਰੁਜ਼ਗਾਰ ਖਤਮ ਹੁੰਦਾ ਹੋਵੇ, ਤਾਂ ਉਹਨਾਂ ਫੈਮਿਲੀ ਵਿੱਚੋਂ ਇੱਕ ਜਿਹੜਾ ਐਲੀਜੀਬਲ ਬੰਦਾ ਹੈਗਾ, ਉਹਨੂੰ ਜੌਬ ਕਦੋਂ ਦਿੱਤੀ ਜਾ ਸਕਦੀ ਹੈ? ਜਿਸ ਦਿਨ ਉਹ 18 ਸਾਲ ਦਾ ਹੋ ਕੇ ਐਲੀਜੀਬਲ ਹੋ ਜਾਵੇ, ਉਸ ਦਿਨ ਦਿੱਤੀ ਜਾ ਸਕਦੀ ਹੈ। ਦੂਸਰੀ ਗੱਲ ਮੈਂ ਇੱਕ ਕਹਿਣੀ ਚਾਹੁੰਦਾ ਹੈ, ਜਿਸ ਕੈਟਾਗਰੀ ਵਿੱਚ ਇਹ ਦੇਣਾ ਚਾਹੁੰਦੇ ਆ ਜੌਬ, ਕਿ ਟੈਰੋਰਿਸਟ ਵਿਕਟਮ ਨੇ, ਉਹਦੀਆਂ ਵੀ ਗਾਈਡਲਾਈਨਸ ਨੇ। ਗਵਰਨਮੈਂਟ ਸ਼ੁੱਡ ਨੋਟੀਫਾਈ ਕਿ ਅਸੀਂ ਟੈਰੋਰਿਸਟ ਵਿਕਟਮਾਂ ਦੇ ਪਰਿਵਾਰਾਂ ਵਿੱਚੋਂ 5 ਨੂੰ ਨੌਕਰੀਆਂ ਦੇਣੀਆਂ ਨੇ। ਆਹ ਨੌਕਰੀਆਂ ਨੇ, ਉਹਦੇ 'ਚ ਐਲੀਜੀਬਿਲਟੀ ਆ ਹੈਗੀ ਹੈ। ਪੰਜਾਬ 'ਚ 25,000 ਤੋਂ ਵੱਧ ਲੋਕ ਟੈਰੋਰਿਸਟ ਵਿਕਟਮ ਨੇ। 27 ਅਕਾਲੀ ਕੈਂਡੀਡੇਟ ਉਦੋਂ ਇਲੈਕਸ਼ਨ 'ਚ ਮਰੇ ਜਦ ਇਲੈਕਸ਼ਨ ਕੈਂਸਲ ਹੋਈ। ਅਨੇਕਾਂ ਹੋਰ ਅਕਾਲੀ ਲੀਡਰ ਟੈਰੋਰਿਸਟ ਦੇ ਵਿਕਟਮ ਬਣੇ। ਕਿ BJP ਦੇ ਬਣੇ, ਕਾਂਗਰਸ ਵਿੱਚੋਂ ਵੀ ਕੋਈ ਬਣਿਆ ਹੋਊਗਾ। ਪਰ ਮੈਂ ਇੱਕ ਗੱਲ ਪੁੱਛਦਾ ਕਿ ਸਰਦਾਰ ਫਤਿਹ ਸਿੰਘ ਬਾਜਵਾ ਦੇ ਪੁੱਤਰ ਨੂੰ ਕੀ ਲੋੜ ਪੈ ਗਈ, ਜਿਨ੍ਹਾਂ ਦੀਆਂ ਚੰਡੀਗੜ੍ਹ 'ਚ ਆਲੀਸ਼ਾਨ ਕੋਠੀਆਂ ਨੇ, ਉਹ ਅੱਜ ਕੰਪੈਸ਼ਨੇਟ ਗਰਾਊਂਡ ਤੇ ਇੰਟਾਈਟਲਡ ਨੇ? ਆਨਸਰ ਨੋ। ਫਿਰ ਦੂਸਰੀ ਗੱਲ, ਜਿਹੜੇ ਆਪਾਂ ਹੋਰ ਗੱਲ ਦੀ ਗੱਲ ਛੱਡੋ ਕਿ ਉਹ ਤਾਂ ਦੇਖਣਾ ਉਹਨਾਂ ਦੇ ਫਸਟ ਡਿਗਰੀ ਜਿਹੜੇ ਸਕਸੈਸਰ ਨੇ, ਉਹਨਾਂ ਦੀ ਰੋਟੀ ਚੱਲਦੀ ਆ ਕਿ ਨਹੀਂ ਚੱਲਦੀ? ਫਸਟ ਡਿਗਰੀ ਸਕਸੈਸਰ ਨੇ ਪੁੱਤਾਂ ਤੇ ਧੀ। ਜਿਹੜੇ MLA ਨੇ, MLA ਨੂੰ ਜਦ MLA ਹੁੰਦੇ ਆ ਉਦੋਂ ਪਰਕਸ ਮਿਲਦੇ ਆ, ਜਦ ਹਾਰ ਜਾਂਦੇ ਆ ਉਦੋਂ ਪੈਨਸ਼ਨ ਮਿਲਦੀ ਹੈ ਜੀ। ਤੇ ਫਿਰ ਇਹਨਾਂ ਨੂੰ ਕਾਹਦੀ ਕੰਪੈਸ਼ਨੇਟ ਗਰਾਊਂਡ ਤੇ? ਪਤਾ ਤਾਂ ਲੱਗੇ। ਫਿਰ ਤੀਸਰੀ ਗੱਲ, ਜਦ ਤੋਂ ਇਹ ਮਰੇ ਨੇ, ਮੇਰਾ ਖਿਆਲ ਬਾਜਵਾ ਸਾਹਿਬ ਤਾਂ ਟੈਰੋਰਿਸਟ ਵਿਕਟਮ ਵੀ ਨਹੀਂ ਸੀ, ਉਦੋਂ ਟੈਰੋਰਿਜ਼ਮ ਨਹੀਂ ਸੀ, ਉਹ ਤਾਂ ਆਪਸੀ ਰਾਈਵਲਰੀ ਦਾ ਸ਼ਿਕਾਰ ਹੋਏ ਸੀ, ਸਰਦਾਰ ਸਤਨਾਮ ਸਿੰਘ ਬਾਜਵਾ ਜੀ। ਤੇ ਉਹ ਇਸ ਕੈਟਾਗਰੀ 'ਚ ਨਹੀਂ ਆ ਸਕਦੇ। ਫਿਰ ਦੂਸਰੀ ਗੱਲ, 1992 ਤੋਂ 97 ਤੱਕ ਕਾਂਗਰਸ ਦੀ ਸਰਕਾਰ ਰਹੀ, 2002 ਤੋਂ 2007 ਤੱਕ ਸਰਕਾਰ ਰਹੀ, ਤੇ ਉਦੋਂ ਕਿਉਂ ਨਾ ਇਹ ਯਾਦ ਆਏ?
ਵਜ੍ਹਾ ਤਾਂ ਦੱਸੀ ਜਾਵੇ। ਦੇਖੋ ਇਦੋਂ ਵੱਡਾ ਕ੍ਰਾਈਮ ਨਹੀਂ ਹੋ ਸਕਦਾ ਕਿ ਤੁਸੀਂ ਸਰਕਾਰ ਦੇ ਰੂਲਸ ਨੂੰ ਛਿੱਕੇ ਟੰਗ ਕੇ ਇੱਕ ਇਸ ਤਰ੍ਹਾਂ ਦਾ ਧੱਕਾ ਕਰੋ। ਇਹਦਾ ਨਤੀਜਾ ਕੀ ਹੋਊਗਾ? ਯੂਥ ਵਿੱਚ ਫਰਸਟ੍ਰੇਸ਼ਨ, ਡੈਸਪਰੇਸ਼ਨ ਐਂਡ ਹਾਰ ਕੇ ਵਾਇਲੈਂਸ ਵੀ ਹੁੰਦੀ ਹੈ। ਮੈਂ ਇੱਕ ਗੱਲ ਤੁਹਾਡੇ ਚੈਨਲ ਤੇ ਬਿਲਕੁਲ ਨਿਚੇਜਕ ਹੋ ਕੇ ਕਹਿ ਸਕਦਾ, ਬਿਆਨ ਸਿੰਘ ਦੇ ਪੋਤੇ ਨੂੰ ਡੀਐਸਪੀ ਬਣਾਉਣਾ ਵੀ ਇਲੀਗਲ ਸੀ, ਨਜਾਇਜ਼ ਸੀ। ਸਭ ਤੋਂ ਵੱਡਾ ਗਲਤੀ ਸੀਗੀ ਕੁਆਲੀਫਿਕੇਸ਼ਨ ਨਹੀਂ ਸੀ ਉਸ ਯੂਨੀਵਰਸਿਟੀ ਚੋਂ ਜਿਹਨੇ ਉਹਨੇ ਬੀਏ ਕੀਤੀ ਹੋਈ ਹੈ। ਉਸ ਯੂਨੀਵਰਸਿਟੀ ਦੇ ਗ੍ਰੈਜੂਏਟਸ ਨੂੰ ਆਪਾਂ ਜਿਹੜੇ ਟੀਚਰਾਂ ਲਈ ਜਾਂ ਹੋਰ ਮਹਿਕਮਿਆਂ 'ਚ ਆਏ ਸੀ, ਆਪਾਂ ਉਹਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ ਕਿ ਇਹ ਯੂਨੀਵਰਸਿਟੀਜ਼ ਰੈਕੋਗਨਾਈਜ਼ਡ ਨਹੀਂ। ਬਿਲਕੁਲ ਉਹਨੂੰ ਅਸੀਂ ਡਿਪਟੀ ਬਣਾ ਦਿੱਤਾ। ਆ ਹੁਣ ਨਵਾਂ ਚੰਦ ਚੜ੍ਹਨ ਲੱਗੇ ਆ। ਜਿਹੜੀ ਪੰਜਾਬੀ ਦੀ ਕਹਾਵਤ ਸੀ ਨਾ, ਅੰਨਾ ਵਦਨੇ ਸ਼ੀਰਨੀਆਂ ਮੁੜ ਮੁੜ ਆਪਣਿਆਂ ਨੂੰ, ਇਹਨਾਂ ਨੇ ਸਾਬਤ ਕਰਤੀ। ਹਾਂ ਠੀਕ ਹੈ। ਗੁਰਵਿੰਦਰ ਸਿੰਘ ਬਾਲੀ ਹੋਰਾਂ ਤੋਂ ਇਹਦਾ ਜਵਾਬ ਲੈਣੇ ਆ, ਪਰ ਬਾਲੀ ਸਾਹਿਬ ਤੁਹਾਡੇ ਤੋਂ ਸਵਾਲ ਕਰਨ ਤੋਂ ਇਲਾਵਾ ਪਹਿਲਾਂ ਮੈਂ ਕੁਝ ਚੀਜ਼ਾਂ ਦਿਖਾਉਣਾ ਚਾਹੁੰਦਾ, ਦੋ ਚੀਜ਼ਾਂ ਜਿਹੜੀ ਗੱਲ ਸਾਰੇ ਕਹਿ ਰਹੇ ਨੇ ਕਿ ਇਹਨਾਂ ਵਿਧਾਇਕਾਂ ਦੇ ਬੱਚਿਆਂ ਨੂੰ ਕਿੰਨੀ ਕੁ ਲੋੜ ਸੀ, ਕਿ ਇਹਨਾਂ ਦੀ ਆਰਥਿਕ ਦਿਸ਼ਾ ਹੈਗੀ ਹੈ ਉਹ ਸਮਝਣੀ ਬੜੀ ਜ਼ਰੂਰੀ, ਕਿ ਵਾਕਈ ਇਹ ਇੰਨੇ ਲੋੜਵੰਦ ਸੀਗੇ ਕਿ ਇਹਨਾਂ ਨੂੰ ਨੌਕਰੀਆਂ ਦੇਣੀਆਂ ਪਈਆਂ। ਇਹ ਵਿਧਾਇਕ ਨੇ ਰਾਕੇਸ਼ ਪਾਂਡੇ ਨੇ 2017 ਦੇ ਵਿੱਚ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਇਲੈਕਸ਼ਨ ਕਮਿਸ਼ਨ ਨੂੰ ਜਦੋਂ ਇਹ ਚੋਣ ਲੜੇ ਸੀਗੇ। ਹਲਫਨਾਮਾ ਜਾਰੀ ਕੀਤਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਮੇਰੇ ਕੋਲ 3,26,09,825 ਰੁਪਏ ਦੀ ਜਾਇਦਾਦ ਹੈ। ਇਹ ਉਹ ਜਾਇਦਾਦ ਹੈ ਜਿਹੜੀ ਕਾਗਜ਼ਾਂ ਦੇ ਵਿੱਚ ਹੈਗੀ ਆ। 2017 ਦੀ ਇਲੈਕਸ਼ਨ ਵੇਲੇ ਇਹਨਾਂ ਨੇ ਐਫੀਡੇਵਿਟ ਦਾਖਲ ਕੀਤਾ ਜਿਸ ਦੇ ਵਿੱਚ ਇਹਨਾਂ ਨੇ ਇਹ ਸਾਰਾ ਕੁਝ ਦੱਸਿਆ ਕਿ ਮੇਰੇ ਕੋਲ ਕਿੰਨੇ ਪੈਸੇ ਨੇ। ਤੁਹਾਨੂੰ ਫਤਿਹ ਜੰਗ ਬਾਜਵਾ ਹੋਰਾਂ ਦਾ ਵੀ ਚੱਲ ਜਾਇਦਾਦ ਦੱਸ ਦਿੰਦੇ ਆ ਵੀ ਉਹਨਾਂ ਦੀ ਕਿੰਨੀ ਆ। ਫਤਿਹ ਜੰਗ ਬਾਜਵਾ ਹੋਰਾਂ ਨੇ 2017 ਦੇ ਵਿੱਚ ਆਪਣੀ ਜਾਇਦਾਦ ਐਲਾਨੀ 33,35,46,608 ਕਰੋੜ ਰੁਪਏ। ਇਹ ਦੋ ਗਰੀਬ ਵਿਧਾਇਕ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਬਹੁਤ ਜ਼ਰੂਰਤ ਸੀ ਨੌਕਰੀ ਦੀ, ਕਿਉਂਕਿ ਇਹਨਾਂ ਕੋਲ ਘਰ ਦਾ ਗੁਜ਼ਾਰਾ ਕਰਨ ਲਈ ਸ਼ਾਇਦ ਪੈਸੇ ਨਾ ਹੋਣ। ਬਾਲੀ ਸਾਹਿਬ, ਕਰੋੜਾਂ ਰੁਪਏ ਦੇ ਇਹ ਸੰਪत्ति ਇਹਨਾਂ ਦੀ ਚੱਲ ਜਾਇਦਾਦ ਹੈਗੀ ਹੈ, ਕੀ ਵਾਕਈ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ ਬਣਦੀਆਂ ਸੀ? ਹਰਪ੍ਰੀਤ ਜੀ, ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਮੈਂ ਪਾਰਟੀ ਦਾ ਨੁਮਾਇੰਦਾ ਤੇ ਮੈਂ ਪਾਰਟੀ ਦਾ ਪ੍ਰਵਕਤਾ ਹੈਗਾ ਵਾਂ। ਸਭ ਤੋਂ ਵੱਡੀ ਗੱਲ ਤੇ ਮੈਂ ਉਨੀ ਕੀ ਗੱਲ ਕਰਾਂਗਾ ਜਿੰਨੀ ਗੱਲ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ। ਮੈਂ ਪੰਜਾਬ ਦੇ ਲੋਕਾਂ ਦੀ ਆਵਾਜ਼ ਉਠਾਵਾਂਗਾ ਆਉਣ ਵਾਲੇ ਸਮੇਂ 'ਚ, ਤੇ ਅੱਜ ਵੀ ਪੰਜਾਬ ਦੇ ਲੋਕਾਂ ਦੇ ਨਾਲ ਆ। ਕਦੀ ਮਹਾਰਾਜ ਪਿਤਾ ਪਰਮੇਸ਼ਵਰ ਇਹ ਕਰਦਾ ਕਿ ਜਿੰਨਾ ਕੁ ਕੰਮ ਅਸੀਂ ਕੀਤਾ ਵੇ ਪਾਰਟੀ ਦੇ ਅੰਦਰ, ਕਦੀ ਸਾਡਾ ਵੀ ਵੇਰਵਾ ਲਿਆ ਹੁੰਦਾ, ਕਦੀ ਸਾਡੇ ਕੋਲੋਂ ਵੀ ਕੋਈ ਕਾਗਜ਼ ਲਿਆ ਹੁੰਦਾ ਤੁਹਾਡੀ ਕਿੰਨੀ ਕੁ ਪ੍ਰਾਪਰਟੀ ਹੈ ਤੇ 10 ਸਾਲ ਔਰ 40 ਸਾਲ 'ਚ ਤੁਸੀਂ ਕਿੰਨੀ ਕੁ ਪ੍ਰਾਪਰਟੀ ਬਣਾ ਲਈ ਹੈ, ਤੇ ਤੁਹਾਡੇ ਬੱਚੇ ਕਿੰਨੇ ਕੁ ਕੰਮ ਕਰਦੇ ਨੇ, ਤੇ ਤੁਹਾਡੇ ਬੱਚਿਆਂ ਵਾਸਤੇ ਨੌਕਰੀਆਂ ਹੈਗੀਆਂ ਕਿ ਨਹੀਂ ਹੈਗੀਆਂ। ਤੁਹਾਡੇ ਟੀਵੀਆਂ ਦੇ ਪਿਛਲੇ 10 ਸਾਲ ਤੋਂ 15 ਸਾਲ ਬਾਲੀ ਸਾਹਿਬ, ਇਹ ਤਾਂ ਹਰ ਤੁਸੀਂ ਮੀਡੀਆ ਦੇ ਵਿੱਚ ਮੈਂ ਤਾਂ ਇਹਦਾ ਆਪਣਾ ਦੁੱਖ ਦਰਦ ਬਿਆਨ ਕਰਨ ਲੱਗ ਗਏ ਤੁਸੀਂ। ਤੁਹਾਡਾ ਦੁੱਖ ਦਰਦ ਵੀ ਨਾ ਬੇਰੋਜ਼ਗਾਰਾਂ ਵਰਗਾ ਹੀ ਲੱਗਦਾ ਕੀਤਾ ਹੈਗਾ। ਹਾਂਜੀ, ਮੈਂ ਕਿਹਾ ਤੁਸੀਂ ਤਾਂ ਆਪਣਾ ਦੁੱਖ ਦਰਦ ਬਿਆਨ ਕਰਨ ਲੱਗ ਗਏ, ਮਤਲਬ ਤੁਹਾਡਾ ਦੁੱਖ ਦਰਦ ਵੀ ਇਹਨਾਂ ਬੇਰੋਜ਼ਗਾਰਾਂ ਵਰਗਾ ਹੀ ਲੱਗਦਾ। ਸਰ ਅਗਲੀ ਗੱਲ ਕਰ ਰਿਹਾ ਨਾ, ਮੈਂ ਅਗਲੀ ਗੱਲ ਵੀ ਕਰ ਰਿਹਾ। ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਵਿਧਾਇਕਾਂ ਨੂੰ, ਉਹ ਵਿਧਾਇਕ ਨੇ, ਵਿਧਾਇਕਾਂ ਨੂੰ ਉਹਨਾਂ ਨੇ ਦੇਣਾ ਹੈਗਾ ਵੀ ਇੱਕ ਕੰਪਲਸਰੀ ਹੋ ਗਿਆ ਸੀਐਮ ਸਾਹਿਬ ਵਾਸਤੇ। ਮੈਨੂੰ ਕਹਿਣ ਦੀ ਕੋਈ ਇਹਦੇ 'ਚ ਉਧਰ ਨਹੀਂ ਹੈਗਾ, ਕੋਈ ਇਹਦੇ 'ਚ ਉਹ ਨਹੀਂ ਹੈਗਾ, ਮਗਰ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ। ਮੈਂ ਬੜੀ ਸਪਸ਼ਟ ਗੱਲ ਕਰ ਰਿਹਾ, ਇਸ ਤੋਂ ਇਲਾਵਾ ਜ਼ਿਆਦਾ ਮੈਂ ਕੁਝ ਹੋਰ ਨਹੀਂ ਕਹਿ ਪਾਉਂਗਾ। ਸਮਾਂ ਆਏਗਾ ਫਿਰ ਗੱਲ ਕਰਾਂਗੇ। ਮੈਂ ਪੰਜਾਬ ਦੇ ਲੋਕਾਂ ਦੇ ਨਾਲ ਨਹੀਂ। ਪਰ ਬਾਲੀ ਸਾਹਿਬ ਇਹ ਤੁਹਾਨੂੰ ਵੀ ਲੱਗਦਾ ਜਿਵੇਂ ਬੇਰੋਜ਼ਗਾਰ ਕਹਿ ਰਹੇ ਨੇ, ਜਿਵੇਂ ਸੰਗੇੜਾ ਸਾਹਿਬ ਕਹਿ ਰਹੇ ਨੇ ਜਾਂ ਗਰੇਵਾਲ ਸਾਹਿਬ ਕਹਿ ਰਹੇ ਨੇ ਕਿ ਆਪਣਾ ਖੇਮਾ ਮਜ਼ਬੂਤ ਕਰਨ ਦੇ ਲਈ ਹੁਣ ਕੈਪਟਨ ਸਾਹਿਬ ਵੰਡ ਰਹੇ ਨੇ ਨੌਕਰੀਆਂ, ਹੋਰਾਂ ਨੂੰ ਕਿਉਂ ਨਹੀਂ ਦਿੱਤੀਆਂ? ਤੁਹਾਡੇ ਮੁੰਡੇ ਨੂੰ ਕਿਉਂ ਨਹੀਂ ਡੀਐਸਪੀ ਲਾ ਦਿੱਤਾ? ਤੁਸੀਂ ਵੀ ਪਾਰਟੀ ਦੀ ਸੇਵਾ ਕਰ ਰਹੇ ਹੋ। ਜਾਂ ਹੋਰ ਵਿਧਾਇਕਾਂ ਨੂੰ ਜਿਹੜੇ ਇਹਨਾਂ ਦੇ ਖੇਮੇ ਦੇ ਵਿੱਚ ਨਹੀਂ ਨੇ, ਉਹਨਾਂ ਦੇ ਬੱਚਿਆਂ ਨੂੰ ਕਿਉਂ ਨਹੀਂ ਨੌਕਰੀਆਂ ਦੇ ਦਿੱਤੀਆਂ ਗਈਆਂ? ਇਹ ਫਿਰ ਆਪਣਾ ਖੇਮਾ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਨਾ। ਤੁਸੀਂ ਆਪਣਾ ਖੇਮਾ ਮਜ਼ਬੂਤ ਕਰਨ ਦੇ ਲਈ ਲੋਕਾਂ ਦੇ ਪੈਸੇ ਦੀ ਵਰਤੋਂ ਕਰ ਰਹੇ ਹੋ। ਪਾਰਟੀ ਅੰਦਰ ਗੱਲ ਹੁੰਦੀ ਕਿ ਗੁਰਵਿੰਦਰ ਸਿੰਘ ਬਾਲੀ ਹਾਂ ਚ ਹਾਂ ਬੁਲਾ ਦਿੰਦਾ। ਤੁਸੀਂ ਬੜੀ ਪ੍ਰੈਕਟੀਕਲੀ ਗੱਲਾਂ ਕਰਦੇ ਹੋ, ਤੁਸੀਂ ਨਿਸ਼ਪਕਸ਼ ਗੱਲ ਕਰਦੇ ਹੋ। ਮੈਂ ਬੜੀ ਵਾਰੀ ਇਹ ਗੱਲ ਕਹੀ ਹੈ, ਬਹੁਤ ਵਾਰੀ ਇਹ ਗੱਲ ਕਹੀ ਹੈ, ਨਿਸ਼ਪਕਸ਼ ਗੱਲ ਕਰਦੇ ਹੋ। ਵਰਕਰ ਨੂੰ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੋਵੇ, ਜੇ ਜਨਰਲ ਸੈਕਟਰੀ ਹੋਵੇ ਜਾਂ ਸਪੋਕਸਮੈਨ ਹੋਵੇ ਜਾਂ ਪਾਰਟੀ ਦਾ ਵਰਕਰ ਹੋਵੇ, ਮੈਂ ਤਾਂ ਤੁਹਾਡੇ ਟੀਵੀ ਦੇ ਥਰੂ ਇੰਨੀ ਗੱਲ ਕਹਿ ਰਿਹਾ। ਮੇਰਾ ਖਿਆਲ ਹੈ ਅੱਜ ਤੱਕ ਮੀਟਿੰਗ ਹੀ ਨਹੀਂ ਹੋਈ। ਜਿਨ੍ਹਾਂ ਨੇ ਕੰਮ ਕੀਤੇ ਉਹ ਪਾਰਟੀ ਡਿਸੋਲਵ ਵੀ ਕਰਤੀ ਗਈ ਥੱਲੇ ਸਾਰੇ ਜਣੇ। ਇਸ ਕਰਕੇ ਮੈਂ ਤੁਹਾਨੂੰ ਇੱਕੋ ਹੀ ਗੱਲ ਕਹਾਂਗਾ ਕਿ ਮੈਂ ਪਾਰਟੀ ਪਲੇਟਫਾਰਮ ਤੇ ਆ, ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ। ਮੇਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਸਾਰੇ ਪੰਜਾਬ ਦੇ ਲੋਕ ਜਿਹੜੇ ਨੇ ਉਹ ਸਮਝਣਗੇ ਇਸ ਗੱਲ ਨੂੰ। ਬਸ ਮੈਂ ਇੰਨੀ ਗੱਲ ਹੀ ਕਹਾਂਗਾ, ਕਿਉਂਕਿ ਇਹ ਜਿਹੜੇ ਦੋ ਬੰਦੇ ਨੇ ਇਸ
ਤੋਂ ਪਹਿਲੇ ਜਿਹੜੇ ਇਹਨਾਂ ਨੂੰ ਬਹੁਤ ਲੋੜ ਨੌਕਰੀਆਂ ਦੀ। ਬਾਕੀ ਲੋਕਾਂ ਨੂੰ ਨੌਕਰੀਆਂ ਦੀ ਲੋੜ ਮੈਂ ਵੀ ਤਾਂ ਉਹੀ ਗੱਲ ਕਹਿ ਰਿਹਾ, ਹੁਣ ਇਲੈਕਸ਼ਨ ਆਉਣ ਵਾਲੀ ਹੈ, ਇਲੈਕਸ਼ਨ ਆਉਣ ਵਾਲੀ ਹੈ, ਜਦੋਂ ਹੁਣ ਤੁਸੀਂ ਵੀ ਵੋਟਾਂ ਮੰਗਣ ਜਾਓਗੇ ਬਾਲੀ ਸਾਹਿਬ, ਹੁਣ ਤੁਸੀਂ ਵੀ ਵੋਟਾਂ ਮੰਗਣ ਜਾਓਗੇ, ਆ ਤੁਹਾਡੇ ਸਾਹਮਣੇ 2 ਬੇਰੁਜ਼ਗਾਰ ਬੈਠੇ ਨੇ, ਇਹ ਸਵਾਲ ਨਹੀਂ ਕਰਨਗੇ ਕਿ ਹੁਣ ਤੁਹਾਨੂੰ ਸਾਡੀ ਯਾਦ ਆ ਗਈ ਜਦੋਂ ਨੌਕਰੀਆਂ ਵੰਡਣੀਆਂ ਸੀ, ਉਦੋਂ ਤੁਹਾਨੂੰ ਆਪਣੇ ਵਿਧਾਇਕਾਂ ਦੇ ਪੁੱਤਰ ਯਾਦ ਸੀਗੇ, ਉਹ ਵਿਧਾਇਕਾਂ ਦੇ ਪੁੱਤਰ ਜਿਨ੍ਹਾਂ ਦੇ ਕੋਲ ਚੱਲ ਕਰੋੜਾਂ ਰੁਪਏ ਦੀ ਜਾਇਦਾਦ ਹੈ, ਉਹ ਜਾਇਦਾਦ ਜਿਹੜੀ 2017 ਦੇ ਵਿੱਚ ਐਫੀਡੇਵਿਟ ਲਾ ਕੇ ਦਿੱਤੀ ਗਈ ਹੈ ਕਿ ਇਹ ਸਾਡੇ ਕੋਲ ਵਾਈਟ ਮਨੀ ਹੈ, ਇੰਨਾ ਪੈਸਾ 35 ਕਰੋੜ ਰੁਪਈਆ, 4 ਕਰੋੜ ਰੁਪਈਆ, ਕੋਠੀਆਂ, ਕਾਰਾਂ, ਉਹਨਾਂ ਨੂੰ ਨੌਕਰੀ ਦੀ ਜ਼ਿਆਦਾ ਜ਼ਰੂਰਤ ਸੀ ਜਾਂ ਇਹ 2 ਸਾਹਮਣੇ ਬੈਠੇ ਨੇ ਇਹਨਾਂ ਨੂੰ ਨੌਕਰੀ ਦੀ ਜ਼ਿਆਦਾ ਜ਼ਰੂਰਤ ਸੀ? ਮੈਂ ਤਾਂ ਸਿਰਫ ਬਾਰ-ਬਾਰ ਇੱਕੋ ਹੀ ਗੱਲ ਕਹਾਂਗਾ ਜੀ ਤੁਹਾਨੂੰ, ਮੈਂ ਲੋਕਾਂ ਦੇ ਨਾਲ ਆ, ਮੇਰੇ ਜਿਹੜੇ ਵੀਰ ਬੋਲ ਰਹੇ ਨੇ ਮੈਂ ਉਹਨਾਂ ਦੇ ਨਾਲ ਆ। ਇਹ ਹਾਥੀ ਕੇ ਪਾਉ ਮੈਂ ਸਭ ਕੇ ਪਾਉ, ਇੱਕੋ ਹੀ ਗੱਲ ਕਹਿਤੀ, ਸਾਰਿਆਂ ਨੂੰ ਸਮਝ ਆ ਗਈ ਹੋਈ ਹੈ। ਮੈਂ ਤੇ ਲੋਕਾਂ ਦੇ ਨਾਲ ਆ, ਲੋਕਾਂ ਦੀ ਆਵਾਜ਼ ਉਠਾਵਾਂਗੇ ਹਮੇਸ਼ਾ ਜਦੋਂ ਵੀ ਉਠਾਵਾਂਗੇ, ਬਸ ਇੰਨੀ ਗੱਲ। ਮੰਨਦੇ ਹੋ ਨਾ ਤੁਸੀਂ ਇਹ ਗਲਤ ਫੈਸਲਾ ਹੈ, ਸਰਕਾਰ ਦਾ ਫੈਸਲਾ ਇਹ ਗਲਤ ਫੈਸਲਾ ਹੈ, ਇਹ ਤਾਂ ਮੰਨਦੇ ਹੋ ਫਿਰ ਇਹ ਫੈਸਲਾ ਗਲਤ ਹੈ? ਚਲੋ ਮੈਂ ਇਹ ਵੀ ਨਹੀਂ ਕਹਿ ਸਕਦਾ ਕਿਉਂਕਿ ਸੀਐਮ ਸਾਹਿਬ ਨੇ ਨਾ, ਸੀਐਮ ਸਾਹਿਬ ਜਿਹੜੇ ਨੇ ਉਹ ਰੱਬ ਨੇ ਪੰਜਾਬ ਦੇ, ਉਹ ਜਿਹਨੂੰ ਜੋ ਮਰਜ਼ੀ ਦੇ ਸਕਦੇ ਨੇ ਤੇ ਉਹ ਦੇ ਰਹੇ ਨੇ ਸਭ ਨੂੰ, ਜਿਹਨੂੰ ਜੋ ਚਾਹੀਦਾ ਉਹ ਦੇ ਰਹੇ ਨੇ। ਆਪਣੇ ਘਰੋਂ ਦੇਖੋ ਉਹਨਾਂ ਨੇ 85% ਦੇਣ, ਆਪਣੀ ਜੇਬ ਚੋਂ ਦੇਣ, ਆਪਣੇ ਘਰੋਂ ਦੇਣ, ਆਪਣੀ ਜੇਬ ਚੋਂ ਦੇਣ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਲੋਕਾਂ ਦਾ ਪੈਸਾ, ਲੋਕਾਂ ਦਾ ਹੱਕ ਖੋ ਕੇ ਕਿਸੇ ਹੋਰ ਨੂੰ ਦੇਣਾ ਤਾਂ ਸਵਾਲ ਕਰਨਾ ਬਣਦਾ ਹੈ ਨਾ। ਸਰ ਇੱਕ ਮਿੰਟ ਸਰ, ਮੇਰੀ ਹਰਪ੍ਰੀਤ ਜੀ ਮੇਰੀ ਗੱਲ ਸੁਣ ਲਓ। 85% ਤੁਹਾਡੇ ਸਾਹਮਣੇ ਪ੍ਰੈਸ ਕਾਨਫਰੰਸ 'ਚ ਅਮਰਿੰਦਰ ਸਿੰਘ ਸਾਹਿਬ ਨੇ ਕਿਹਾ ਸੀ ਮੈਂ ਸਾਰਿਆਂ ਦੇ ਲੋਕਾਂ ਦੇ ਕੰਮ ਕਰਤੇ ਨੇ 85%, ਤੇ 5-7% ਹੋਰ ਰਹਿ ਗਏ ਨੇ 10%, ਉਹ ਵੀ 100% ਕੰਮ ਕਰ ਦੇਣਗੇ। 161 ਵਾਅਦੇ ਨੇ 100% ਤੇ ਕੰਮ ਕਰਦੇ ਨੇ ਅਮਰਿੰਦਰ ਸਿੰਘ ਸਾਹਿਬ ਨੇ। ਉਹ ਲੋਕ ਜੋ ਮਰਜ਼ੀ ਕਹੀ ਜਾਣ ਸਰ, ਮੈਂ ਤਾਂ ਸਿਰਫ ਇੰਨੀ ਗੱਲ ਕਰ ਸਕਦਾ, ਇਹ ਮੁੱਖ ਮੰਤਰੀ ਜੀ ਦਾ ਕਹਿਣਾ। ਇਹ ਤੁਸੀਂ ਪ੍ਰਾਪਤੀਆਂ ਨਹੀਂ ਗਿਣਾ ਰਹੇ, ਇਹ ਸਟਾਰ ਕੱਸ ਰਹੇ ਹੋ ਤੁਸੀਂ ਆਪਣੀ ਸਰਕਾਰ ਤੇ, ਆਪਣੀ ਸਰਕਾਰ ਤੇ ਤੰਜ ਕੱਸ ਰਹੇ ਹੋ, ਇਹ ਪ੍ਰਾਪਤੀਆਂ ਨਹੀਂ ਤੁਸੀਂ ਗਿਣਾ ਰਹੇ। ਚਲੋ ਮੈਂ ਇੱਕ ਮਿੰਟ ਵਾਪਸ, ਨਹੀਂ ਬਿਲਕੁਲ ਨਹੀਂ। ਦੇਖੋ ਹਰਪ੍ਰੀਤ ਜੀ, ਦੇਖੋ ਹਰਬਾਲੀ ਸਾਹਿਬ, ਤੁਹਾਨੂੰ ਲੱਗਦਾ 85% ਕੰਮ ਹੋ ਗਏ, 85% ਬੇਰੁਜ਼ਗਾਰਾਂ ਨੂੰ ਨੌਕਰੀਆਂ ਮਿਲ ਗਈਆਂ? ਜੇ 85% ਨੂੰ ਮਿਲ ਗਈਆਂ ਤਾਂ ਬਹੁਤ ਜਾਇਜ਼ ਹੈ ਇਹਨਾਂ ਦੋਵਾਂ ਨੂੰ ਵੀ ਮਿਲ ਜਾਣੀ। ਹਰਪ੍ਰੀਤ ਜੀ ਮੇਰੀ ਗੱਲ ਸੁਣਨ ਦੀ ਕੋਸ਼ਿਸ਼ ਕਰੋ। ਤੁਸੀਂ ਇਹ ਗੱਲ ਕਰ ਰਹੇ ਹੋ ਮੈਂ ਤੰਜ ਕੱਸ ਰਿਹਾ, ਮੈਂ ਕੋਈ ਤੰਜ ਕੱਸ ਰਿਹਾ? ਮੁੱਖ ਮੰਤਰੀ ਜੀ ਨੇ ਓਪਨਲੀ ਇਹ ਗੱਲ ਕਹੀ ਹੈ ਕਿ ਮੈਂ 85% ਕੰਮ ਕਰਦੇ ਨੇ, ਮੈਂ ਮੁੱਖ ਮੰਤਰੀ ਜੀ ਤੋਂ ਬਾਹਰ ਜਾ ਸਕਦਾ? ਤੁਸੀਂ ਐਗਰੀ ਹੋ ਕਿ ਮੈਂ ਮੁੱਖ ਮੰਤਰੀ ਜੀ ਤੋਂ ਬਾਹਰ ਚਲਾ ਜਾ? ਤੁਹਾਨੂੰ ਲੱਗਦਾ 85% ਹੋ ਗਏ? ਡਿਨਾਈ ਕਰ ਦੋ 85% ਹੋ ਗਏ? ਤੁਸੀਂ ਦੱਸੋ ਨਾ ਬਾਲੀ ਸਾਹਿਬ, ਤੁਸੀਂ ਦੱਸੋ 85% ਨੌਕਰੀਆਂ ਮਿਲ ਗਈਆਂ? ਮੈਨੂੰ ਤੁਹਾਡੀ ਗੱਲ ਸਮਝ ਨਹੀਂ ਆ ਰਹੀ ਵੀ ਤੁਸੀਂ ਇਹ ਦੱਸੋ ਕਿ ਮੁੱਖ ਮੰਤਰੀ ਜੀ ਨੇ ਇਹ ਗੱਲ ਕਹੀ ਹੈ ਕਿ ਨਹੀਂ ਕਹੀ? ਮੈਂ ਤਾਂ ਬਾਲੀ ਸਾਹਿਬ ਤੁਹਾਡੇ ਤੋਂ ਹੀ ਪੁੱਛ ਰਿਹਾ ਨਾ, ਵਿਰੋਧੀ ਧਿਰਾਂ ਦਾ ਕਹਿ ਰਹੀ ਹੈ 85% ਛੱਡੋ 8% ਵੀ ਨਹੀਂ ਹੋਏ। ਮੈਂ ਤੁਹਾਡੇ ਤੋਂ ਜਾਣਨਾ ਚਾਹਨਾ ਪਾਰਟੀ ਦਾ ਪ੍ਰਵਕਤਾ ਹੋਣ ਦੇ ਨਾਤੇ ਕਿ ਵਾਕਈ ਆ 85% ਜੇ ਨੌਕਰੀਆਂ ਮਿਲਦੀਆਂ ਤਾਂ ਮੈਨੂੰ ਤਾਂ ਬੇਰੁਜ਼ਗਾਰ ਬੁਲਾਰੇ ਹੀ ਨਾ ਮਿਲਦੇ ਕਿ ਜਿਨ੍ਹਾਂ ਨੂੰ ਮੈਂ ਫੜ ਕੇ ਬਿਠਾਉਂਦਾ ਇੱਥੇ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਮਗਰ ਤੁਹਾਡੇ ਕੋਲ ਕਈ ਬੁਲਾਰੇ ਇਹੋ ਜਿਹੇ ਆਏ ਕਾਂਗਰਸ ਦੇ। ਮੈਂ ਇਹ ਕਹਿ ਸਕਦਾ ਜਿਹੜੇ ਕਹਿੰਦੇ ਨੇ ਜੀ 25 ਲੱਖ ਨੌਕਰੀ ਦੇਤੀ, ਕੋਈ ਕਹਿੰਦਾ 40 ਲੱਖ ਨੌਕਰੀ ਦੇਤੀ, ਮੈਨੂੰ ਤੁਸੀਂ ਦੱਸੋ ਮੈਂ ਉਹਨੂੰ ਡਿਨਾਈ ਕਰਦਾ? ਜੇ ਮੁੱਖ ਮੰਤਰੀ ਪੰਜਾਬ ਦੇ ਕਹਿ ਰਹੇ ਨੇ ਕਿ ਮੈਂ 85% ਕੰਮ ਕਰਦੇ, ਮੈਂ ਮੁੱਖ ਮੰਤਰੀ ਜੀ ਦੀ ਲਾਈਨ ਤੋਂ ਬਾਹਰ ਕਿਵੇਂ ਚਲਾ ਜਾਵਾਂਗਾ? ਮੇਰੇ ਮੁੱਖ ਮੰਤਰੀ ਜੀ ਨੇ ਕਿਹਾ ਕਿ ਪੰਜਾਬ ਦੇ ਅੰਦਰ 85% ਮੈਂ ਕੰਮ ਕਰਤੇ ਨੇ, ਤੇ ਮੇਰਾ ਖਿਆਲ ਇਸ ਗੱਲ ਨੂੰ ਵੀ ਮਹੀਨਾ ਡੇਢ ਮਹੀਨਾ ਹੋ ਗਿਆ ਗਿਆ, ਤੇ 5-7% ਹੋਰ ਹੋ ਗਏ। ਇਹ ਉਹਨਾਂ ਲੋਕਾਂ ਨੂੰ ਜ਼ਿਆਦਾ ਬਿਹਤਰ ਪਤਾ ਹੈ ਜਿਨ੍ਹਾਂ ਦੇ 85% ਹੋਏ ਨੇ। ਢਿਲਵਾਂ ਸਾਹਿਬ ਤੋਂ ਪੁੱਛ ਲੈਣਾ। ਢਿਲਵਾਂ ਸਾਹਿਬ ਵਾਕਈ 85% ਇਹ ਕਹਿੰਦੇ ਨੇ ਕਿ ਕੰਮ ਹੋ ਗਏ ਨੇ, 85% ਨੌਕਰੀਆਂ ਮਿਲ ਗਈਆਂ? निक्की जी कविता है सर, निक्की जी कविता है, एक निक्की जी कविता है। हाँ। राजा बोला रात है, रानी बोली रात है, मंत्री बोला रात है, संतरी बोला रात है, जे सुबह सुबह की बात है। ये तो वाली साहब की गल हुई कि वाली साहब कहते सीएम ने कहता इट मीज ओके है क्योंकि उन्होंने लाइन दे विच ने। दूजे पासे इस गल नूं स्वीकार कर रहे हैं कि पंजाब दे विच बेरोजगार फिरदे आ, मैं लोकां दे नाल आ, ते लोग तां बेरोजगार झोना लाउंदे फिरदे। अज तुसीं आके देखो झोने दी रुत शुरू होण वाली है। पिछले समय दे विच लड़कियां झोना लाउंदियां सी, पिछले समय दे विच कणक वड्डी हत्थां दे नाल अपने लोकां ने, ते ओह बेरोजगार खेतां दे विच फिरदे ने। कित्थे आ 85%? ਵੱਡਾ ਸਵਾਲ ਹੀ ਖੜਾ ਹੁੰਦਾ। ਸੰਦੀਪ ਸਿੰਘ, ਮੈਂ ਇੱਕ ਮਿੰਟ ਆਇਆ ਸੰਦੀਪ ਸਿੰਘ ਤੋਂ ਵੀ ਰਿਐਕਸ਼ਨ। ਸੰਦੀਪ ਸਿੰਘ ਆਵਾਜ਼ ਆ ਰਹੀ ਹੈ ਮੇਰੀ? ਮੈਂ ਇੱਕ ਮਿੰਟ ਆਇਆ ਸੰਦੀਪ ਸਿੰਘ ਹੋਰਾਂ ਤੋਂ ਵੀ ਇੱਕ ਜਵਾਬ ਲੈ ਲਈਏ। ਸੰਦੀਪ ਸਿੰਘ, ਇਸ ਦਾ ਅਸਰ ਨੌਜਵਾਨਾਂ ਤੇ ਪੈਂਦਾ? ਜਿਵੇਂ ਸੰਘੇੜਾ ਸਾਹਿਬ ਨੇ ਕਿਹਾ ਕਿ ਜਦੋਂ ਅੱਜ ਪੰਜਾਬ ਦੇ ਨੌਜਵਾਨ ਡਿਪਰੈਸ਼ਨ 'ਚ ਜਾਣਗੇ ਕਿ ਯਾਰ ਸਾਡੇ ਲਈ ਨੌਕਰੀਆਂ ਨਹੀਂ ਹੈ, ਵਿਧਾਇਕਾਂ ਦੇ ਬੱਚਿਆਂ ਲਈ ਨੌਕਰੀਆਂ, ਇਹਦਾ ਮਾਨਸਿਕ ਤੌਰ ਤੇ ਵੀ ਕੋਈ ਪ੍ਰਭਾਵ ਪੈਂਦਾ? ਦੇਖੋ ਬਿਲਕੁਲ ਬੇਰੁਜ਼ਗਾਰ ਅੱਜ ਬਹੁਤ ਹੀ ਮਾਨਸਿਕ ਪੀੜਾ ਦੇ ਵਿੱਚੋਂ ਗੁਜ਼ਰ ਰਹੇ ਨੇ, ਕਿਉਂਕਿ ਬੇਰੁਜ਼ਗਾਰਾਂ ਨੂੰ ਕਿਤੇ ਨਾ ਕਿਤੇ ਆਸ ਸੀਗੀ ਵੀ ਚਲੋ 4 ਸਾਲ ਤੱਕ ਕੈਪਟਨ ਸਾਹਿਬ ਨੇ ਲੰਘਾਤੇ ਕਿਵੇਂ ਨਾ ਕਿਵੇਂ। ਹਾਲਾਂਕਿ ਉਹ ਹੁਣ ਵੀ ਬਹੁਤ ਵੱਡੇ ਵੱਡੇ ਦਾਅਵੇ ਕਰ ਰਹੇ ਤੇ ਕਿ 16-17 ਲੱਖ ਨੌਕਰੀਆਂ ਵੰਡਤੀਆਂ, ਤੇ ਇਸ ਹਿਸਾਬ ਦੇ ਨਾਲ ਹਰੇਕ ਪਿੰਡ ਨੂੰ ਜੇ ਬਾਹਲਾ ਨਹੀਂ ਤਾਂ 100-150 ਨੌਕਰੀ ਤਾਂ ਮਿਲਣੀ ਚਾਹੀਦੀ ਹੈ। ਬਿਲਕੁਲ। ਔਰ ਦੂਜੀ ਗੱਲ
ਹੁਣ 6 ਮਹੀਨੇ ਸਰਕਾਰ ਦੇ ਬਚੇ ਨੇ ਤੇ ਬੇਰੁਜ਼ਗਾਰਾਂ ਨੂੰ ਬਹੁਤ ਵੱਡੀ ਆਸ ਸੀਗੀ ਵੀ ਚਲੋ ਇੱਕ ਮਿੱਥ ਬਣੀ ਹੋਈ ਹੈ ਵੀ ਸਰਕਾਰ ਆਪਣੇ ਅਖੀਰਲੇ ਸਮੇਂ ਦੇ ਵਿੱਚ ਆ ਕੇ ਕੰਮ ਕਰਦੀ ਹੈ ਤੇ ਵੈਸੇ ਤਾਂ ਆਪਾਂ ਨੂੰ ਪਤਾ ਹੀ ਹੈ ਵੀ 4.5 ਸਾਲ ਦੇ ਵਿੱਚ ਡੱਕਾ ਨਹੀਂ ਤੋੜਿਆ ਸਰਕਾਰ ਨੇ, ਕਿਉਂਕਿ ਸਰਕਾਰ ਨੇ ਤਾਂ ਉਦੋਂ ਵਾਅਦਾ ਵੀ ਕੀਤਾ ਸੀਗਾ ਵੀ ਅਸੀਂ 2500 ਬੇਰੁਜ਼ਗਾਰੀ ਭੱਤਾ ਦੇਵਾਂਗੇ ਤੇ ਨੌਕਰੀ ਵੰਡਾਂਗੇ, ਸਭ ਕੁਝ ਕਰਾਂਗੇ। ਤਾਂ ਹੁਣ 6 ਮਹੀਨਿਆਂ ਵਿੱਚ ਬੇਰੁਜ਼ਗਾਰਾਂ ਨੂੰ ਆਸ ਸੀਗੀ ਵੀ ਕਿਤੇ ਨਾ ਕਿਤੇ ਚਲੋ ਸਰਕਾਰ ਸਾਡੀ ਬਾਂਹ ਫੜੂਗੀ, ਪਰ ਹੋਇਆ ਕੀ ਵੀ ਉਹ ਵਿਧਾਇਕ ਜਿਹੜੇ ਪਹਿਲਾਂ ਹੀ ਕਰੋੜਪਤੀ ਨੇ ਉਹਨਾਂ ਨੂੰ ਹੀ ਦੁਬਾਰਾ ਉਹ ਨੌਕਰੀ ਦੇ ਰਹੇ ਨੇ ਤੇ ਜਿਹੜੇ ਲੋਕ ਖੁਦਕੁਸ਼ੀਆਂ ਕਰ ਰਹੇ ਨੇ, ਮੋਤੀ ਮਹਿਲ ਜਾ ਕੇ ਬਾਰ-ਬਾਰ ਘਰਾਓ ਕਰ ਰਹੇ ਨੇ, ਆਪਣੀ ਮੰਗ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਉੱਥੇ ਡਾਂਗਾ ਖਾ ਰਹੇ ਨੇ, ਕੁੱਟੇ ਜਾ ਰਹੇ ਨੇ, ਪਰਚੇ ਉਹਨਾਂ ਦੇ ਦਰਜ ਹੁੰਦੇ ਨੇ, ਤਾਂ ਇਸ ਟਾਈਮ ਬਹੁਤ ਹੀ ਗਹਿਰੀ ਮਾਨਸਿਕ ਪੀੜਾ ਦੇ ਵਿੱਚੋਂ ਗੁਜ਼ਰ ਰਹੇ ਨੇ ਕਿ ਇਹ ਹੋ ਕੀ ਰਿਹਾ ਵੀ ਜਦ ਕਿ ਨੌਕਰੀ ਸਾਨੂੰ ਮਿਲਣੀ ਚਾਹੀਦੀ, ਸਾਡੇ ਵੰਡੇ ਦੀ ਨੌਕਰੀ ਕੋਈ ਹੋਰ ਲੈ ਰਿਹਾ ਜਿਹਨੂੰ ਲੋੜ ਹੀ ਨਹੀਂ। ਢਿੱਲੋਂ ਸਾਹਿਬ ਨੇ ਗੱਲ ਕੀਤੀ ਆ ਬਿਲਕੁਲ ਸਹੀ ਕਿ ਬਹੁਤ ਅਨੇਕਾਂ ਬੇਰੁਜ਼ਗਾਰ ਇਸ ਟਾਈਮ ਦਿਹਾੜੀ ਕਰ ਰਹੇ ਨੇ, ਝੋਨਾ ਲਾਉਣ ਦੀ ਤਿਆਰੀ ਕਰ ਰਹੇ ਨੇ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵੀ ਕੰਮ ਕੋਈ ਮਾੜਾ ਨਹੀਂ, ਕੰਮ ਹਰੇਕ ਬੰਦਾ ਕਰਦਾ, ਪਰ ਜਿਹੜਾ ਬੰਦਾ ਸਾਰੀਆਂ ਯੋਗਤਾਵਾਂ ਪੂਰੀਆਂ ਕਰਦਾ, ਆਪਣੇ ਸਾਰੇ ਉਹ ਟੈਸਟ ਕਲੀਅਰ ਕੀਤੇ ਹੋਏ ਨੇ, ਠੀਕ ਆ, ਅੱਗੇ ਵੀ ਉਹ ਟੈਸਟ ਕਲੀਅਰ ਕਰਨ ਲਈ ਤਿਆਰ ਬੈਠਾ ਔਰ ਉਮੀਦ ਕਰ ਰਿਹਾ ਕਿ ਨੌਕਰੀ ਮਿਲੂਗੀ, ਪਰ ਜਦੋਂ ਉੱਥੇ ਜਾ ਕੇ ਇਸ ਤਰ੍ਹਾਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਤਾਂ ਬੇਰੁਜ਼ਗਾਰਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਹਤਾਸ਼ਾ ਜਿਹੜੀ ਹੈਗੀ ਆ ਉਹ ਫੈਲ ਜਾਂਦੀ ਆ। ਤੇ ਇਸੇ ਕਰਕੇ ਹੁਣ ਬੇਰੁਜ਼ਗਾਰਾਂ ਦਾ ਤਾਂ ਆਪਾਂ ਇਹੀ ਕਹਿ ਸਕਦੇ ਵੀ ਰੱਬ ਹੀ ਰੱਖਾ, ਕੈਪਟਨ ਸਾਹਿਬ ਦੇ ਕੰਮ ਤੇ ਤਾਂ ਮੈਨੂੰ ਲੱਗਦਾ ਕੋਈ ਜੂੰ ਠੀਕ ਹੈ। ਇੱਕ ਮਿੰਟ ਆਇਆ ਸੰਘੇੜਾ ਸਾਹਿਬ, ਕੈਪਟਨ ਸਾਹਿਬ ਬੜੇ ਮਜ਼ਬੂਤ ਨੇ, ਖੇਮਾ ਵੀ ਉਹਨਾਂ ਦਾ ਮਜ਼ਬੂਤ ਹੈ, ਕਿ ਇੱਕ ਦੋ ਨੌਕਰੀਆਂ ਦੇ ਨਾਲ ਐਡੀ ਕੋਈ ਭਾਵਨਾ, ਪੋਲੀਟੀਕਲ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਨਹੀਂ ਅਸੀਂ ਕੈਪਟਨ ਸਾਹਿਬ ਦੇ ਨਾਲ ਹੀ ਖੜਾਂਗੇ ਜਾਂ ਖੜੇ ਆ? ਅਜਿਹੀਆਂ ਕੋਈ ਸ਼ਰਤਾਂ ਤੇ ਨਿਯਮ ਵੀ ਤੈਅ ਕੀਤੇ ਜਾਂਦੇ ਨੇ ਕਿ ਨੌਕਰੀਆਂ ਮਿਲਣਗੀਆਂ ਤਾਂ ਮੈਂ ਕੈਪਟਨ ਸਾਹਿਬ ਦੇ ਨਾਲ ਆ, ਜੇ ਨਹੀਂ ਹੈ ਤੇ ਮੈਂ ਬਾਹਰ ਆ? ਹਰਪ੍ਰੀਤ ਜੀ, ਇਹ ਇੱਕ ਜਿੱਦਾਂ ਆਪਾਂ ਇੱਕ ਕਹਾਵਤ ਹੈਗੀ ਨਾ, ਸਹੇ ਤੇ ਪਹੇ ਦੀ ਗੱਲ, ਉਹ ਭਾਵੇਂ ਕਿਸੇ ਹੋਰ ਡਾਇਰੈਕਸ਼ਨ 'ਚ ਹੈ, ਇਹ ਰਿਓੜੀਆਂ ਵਾਲੀ ਗੱਲ ਹੈ। ਕੈਪਟਨ ਸਾਹਿਬ ਦਿਖਾਲ ਰਹੇ ਨੇ ਮੇਰੀਆਂ ਡੀਪ ਪਾਕਟਸ ਨੇ, ਮੇਰੀਆਂ ਪਾਕਟਸ ਇਦਾਂ ਦਿਖਾਓ, ਇਸ ਤਰ੍ਹਾਂ ਦਿਖਾ ਰਹੇ ਨੇ ਆਪਣੇ ਐਮਐਲਏ ਨੂੰ। ਮੈਂ ਤਾਂ ਵੈਸੇ ਪਹਿਲਾਂ ਹੀ ਕਹਿਤਾ ਆ ਕਿ ਇਹ ਇੱਕ ਕ੍ਰਿਮੀਨਲ ਐਕਟੀਵਿਟੀ ਹੈ। ਜੇ ਵਿਜੀਲੈਂਸ ਬਿਊਰੋ ਇੰਡੀਪੈਂਡੈਂਟ ਹੋਵੇ, ਮੈਂ ਉਹਦੇ ਵਿੱਚ ਆਪਣਾ ਡੀਜੀਪੀ ਨਾ ਵੀ ਹੋਵਾਂ ਨਾ, ਮੈਂ ਉਹਦੇ 'ਚ ਆਈਜੀ ਜਾਂ ਡੀਜੀ ਹੇਠਲੇ ਜੈਲ ਹੋਵੇ ਤੇ ਹੋਵਾਂ, ਮੈਂ ਪਿੱਛੇ ਹੱਥ ਮਰੋੜ ਕੇ ਜਾਂ ਹੱਥ ਕੜੀ ਲਾ ਕੇ ਲੈ ਜਾਵਾਂ ਇਹੋ ਜਿਹੇ ਬੰਦਿਆਂ ਨੂੰ ਜਿਹੜਾ ਇੰਨਾ ਕ੍ਰਿਮੀਨਲ ਐਕਟ ਕਰ ਰਹੇ ਆ, ਵਿਧਾਇਕਾਂ ਨੂੰ ਖਰੀਦ ਰਹੇ ਆ। ਮੈਂ ਉਦੋਂ ਪੜ੍ਹਦਾ ਹੁੰਦਾ ਸੀ ਜਦੋਂ 2 MP ਖਰੀਦਣ ਤੇ ਵੱਡੇ ਵੱਡੇ ਮੁਕੱਦਮੇ ਦਰਜ ਹੋਏ ਸੀ, ਰਿਜ਼ਲਟ ਜੋ ਵੀ ਨਿਕਲਿਆ ਉਹਦਾ ਮੈਨੂੰ ਨਹੀਂ ਬਹੁਤਾ ਡੀਟੇਲ ਪਤਾ। ਦਿਸ ਇਜ਼ ਅ ਕ੍ਰਿਮੀਨਲ ਐਕਟ। ਨਾਲੇ ਹਰਪ੍ਰੀਤ ਜੀ ਦੇਖੋ, ਇਹਦਾ ਲੋਕਾਂ 'ਚ ਵੀ ਪ੍ਰਭਾਵ ਜਿਹੜਾ ਜਾ ਰਿਹਾ ਨਾ, ਇੰਨਾ ਜ਼ਿਆਦਾ ਨੈਗੇਟਿਵ, ਪਤਾ ਕੀ ਜਾ ਰਿਹਾ, ਕਈ ਚੀਜ਼ਾਂ ਹੁੰਦੀਆਂ ਡੈਮੋਨਸਟ੍ਰੇਸ਼ਨ ਐਕਟ, ਦਿਸ ਇਜ਼ ਅ ਡੈਮੋਨਸਟ੍ਰੇਸ਼ਨ ਐਕਟ। ਮੁੰਡੇ ਕੁੜੀਆਂ ਕੁਆਲੀਫਾਈਡ ਪੜ੍ਹੇ ਲਿਖੇ ਵਿਚਾਰੇ ਰੁਲਦੇ ਫਿਰਦੇ ਆ, ਹਾਂਜੀ, ਤੇ ਇੱਥੇ ਇਹ ਆਪਣੇ ਬੰਦਿਆਂ ਨੂੰ, ਜਿਹੜੀ ਮੈਂ ਗੱਲ ਪਹਿਲਾਂ ਵੀ ਕਹੀ ਆ, ਉਹਨੂੰ ਮੈਂ ਹਾਈਲਾਈਟ ਦੁਬਾਰਾ ਫੇਰ ਕਰਨਾ ਚਾਹੁੰਦਾ। ਜਦੋਂ ਪਾਂਡੇ ਸਾਹਿਬ ਦਾ ਕਤਲ ਹੋਇਆ, ਮੈਂ PAU 'ਚ ਪੜ੍ਹਦਾ ਹੁੰਦਾ ਸੀਗਾ, ਹਾਂਜੀ, ਅਸੀਂ ਪੁਲਿਸ ਦਾ ਤਸ਼ੱਦਦ ਸਹਾਰ ਰਹੇ ਸੀ ਉਹਨਾਂ ਦਿਨਾਂ 'ਚ, ਕਿਤੇ ਅੱਕੇ ਮੁੰਡਿਆਂ ਨੇ ਮਾਰ ਦਿੱਤਾ ਇਹਨਾਂ ਨੂੰ, ਹਾਂਜੀ, ਬਿਲਕੁਲ ਮੈਂ ਕਹਿੰਦਾ ਨਹੀਂ ਮਾਰਨਾ ਚਾਹੀਦਾ, ਹੱਤਿਆ ਨਹੀਂ ਕਰਨੀ ਚਾਹੀਦੀ, ਪਰ ਪਾਂਡੇ ਸਾਹਿਬ ਨੂੰ ਉਦੋਂ ਕੰਪਨਸੇਟ ਕਰਤਾ ਸੀ ਇਹਨਾਂ ਨੂੰ ਟਿਕਟ ਦੇ ਕੇ। ਮੁੱਖ ਮੰਤਰੀ ਬੇਅੰਤ ਸਿੰਘ ਹੁਣਾਂ ਦਾ ਕਤਲ ਹੋਇਆ, ਮੈਂ ਕੁਝ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਉਹਨਾਂ ਨੇ ਵੀ ਬਹੁਤ ਮੁੰਡੇ ਕਤਲ ਕੀਤੇ ਆ, ਪੁੱਤ ਕਈ ਘਰ ਜਿਹੜੇ ਬੇਘਰ ਕੀਤੇ, ਨੌਜਵਾਨੀ ਪੀੜ੍ਹੀ ਖਤਮ ਕਰਤੀ ਉਹਨਾਂ ਨੇ ਬੰਦੇ ਮਾਰ ਮਾਰ ਕੇ ਪੁਲਿਸ ਰਾਹੀਂ। ਉਹਨਾਂ ਦਾ ਕਤਲ ਹੋਇਆ, ਉਹਨਾਂ ਦੇ ਮੁੰਡੇ ਨੂੰ, ਹਾਲਾਂਕਿ ਜਿਨ੍ਹਾਂ ਨੂੰ ਮੰਤਰੀ ਬਣਾਇਆ ਸੀ, ਮੈਂ ਉਹਨਾਂ ਨੂੰ ਪਰਸਨਲ ਤੌਰ ਤੇ ਲਾਈਕ ਕਰਦਾ, ਸਾਡੇ ਨਾਲ ਪੜ੍ਹੇ ਆ ਉਹ, ਉਹਨਾਂ ਨੂੰ ਕੈਬਨਿਟ ਰੈਂਕ ਦਿੱਤਾ, MLA ਵੀ ਨਹੀਂ ਸੀਗੇ, ਦੇਤਾ, ਕੰਪਨਸੇਟ ਕਰਤਾ। ਹੁਣ ਪੀੜ੍ਹੀ ਦਰ ਪੀੜ੍ਹੀ ਤੁਸੀਂ ਕੰਪਨਸੇਸ਼ਨ ਦੇ ਨਾਂ ਤੇ ਸਾਡੇ ਬੱਚਿਆਂ ਦਾ ਰੁਜ਼ਗਾਰ ਲੋਕਾਂ ਨੂੰ ਦੇਈ ਜਾਂਦੇ ਹੋ, ਚਾਹੇ ਇੱਕ ਹੋਵੇ ਚਾਹੇ ਦੋ। ਹੁਣ ਇਹ ਨਹੀਂ ਗੱਲ ਹੈ, ਮੈਂ ਤਾਂ ਕਹਿੰਦਾ ਇਹੀ ਹੈ, ਕੈਪਟਨ ਸਾਹਿਬ ਇਹਨਾਂ ਨੂੰ ਦੋ ਇੱਕ DSP ਤੇ ਇੱਕ ਤਹਿਸੀਲਦਾਰ ਲਾਉਣ ਲੱਗੇ ਹੋ। ਸਾਡੇ ਘਰਾਂ ਚੋਂ ਜਿਹੜੇ ਕਿਸਾਨ ਦਿੱਲੀ ਬੈਠੇ ਆ, ਉਹਨਾਂ ਦੇ ਜਿਹੜੇ ਸ਼ਹੀਦ ਹੋ ਗਏ ਕਿਸਾਨ ਉੱਥੇ 250-300, ਉਹਨਾਂ ਦੇ ਵਿੱਚੋਂ ਇੱਕ ਬੱਚੇ ਨੂੰ DSP ਲਾ ਦਿਓ, ਇੱਕ ਨੂੰ ਤਹਿਸੀਲਦਾਰ ਲਾ ਦਿਓ। ਕਰ ਦਿਓਗੇ ਇੰਨਾ? ਜੇ ਨਹੀਂ ਕਰ ਸਕਦੇ ਨਾ, ਸ਼ਰਮ ਕਰੋ, ਲੋਕਾਂ ਦਾ ਧਿਆਨ ਕਰੋ। ਤੁਸੀਂ ਲੋਕਾਂ ਨੂੰ ਰੁਜ਼ਗਾਰ ਦੇਣ ਦੇ ਨਾਂ ਤੇ ਲੋਕਾਂ ਨੂੰ ਮਾਵਾਂ ਨਾਲ ਵਾਅਦਾ ਕੀਤਾ ਤੁਹਾਡੇ ਪੁੱਤ ਬਚਾ ਦੂੰਗਾ, ਮੈਂ ਨਸ਼ੇ ਦੂਰ ਕਰਕੇ, ਮਾਫੀਆ ਰਾਜ ਖਤਮ ਕਰਕੇ ਮੈਂ ਖਜ਼ਾਨਾ ਭਰ ਦੂੰਗਾ, ਪਰ ਤੁਸੀਂ ਅੰਨਾ ਵੰਡੇ ਰਿਓੜੀਆਂ ਮੁੜ ਮੁੜ ਆਪਣਿਆਂ ਨੂੰ ਦਿਓ। ਗੱਦੀ ਨੂੰ ਤੁਹਾਡਾ ਕੁਝ ਨਹੀਂ ਹੁੰਦਾ, ਬਥੇਰੀ ਦੇਰ ਗੱਦੀ ਤੇ ਰਹੇ ਹੋ ਤੁਸੀਂ, ਪਰ ਇੰਨਾ ਅਤਿਆਚਾਰ ਨਾ ਕਰੋ। ਤੁਸੀਂ ਸਾਡੀ ਡਿਬੇਟ ਹੀ ਸੁਣ ਕੇ, ਤੁਹਾਡੇ CM ਆਫਿਸ 'ਚ ਸਾਰੇ ਚੈਨਲ ਮੇਨ ਚੱਲਦੇ ਆ, ਸਾਡੀ ਡਿਬੇਟ ਹੀ ਸੁਣ ਕੇ ਫੈਸਲਾ ਰੱਦ ਕਰ ਦਿਓ ਜੇ ਤੁਹਾਡੀ ਜ਼ਮੀਰ ਥੋੜੀ ਬਹੁਤ ਹੈਗੀ ਆ। ਠੀਕ ਹੈ। ਗਰੇਵਾਲ ਸਾਹਿਬ, ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ?
ਹਾਂਜੀ ਆ ਰਹੀ ਹੈ। ਗਰੇਵਾਲ ਸਾਹਿਬ, ਇੱਕ ਸਵਾਲ ਜ਼ਰੂਰ ਖੜਾ ਹੁੰਦਾ ਕਿ ਚਲੋ ਸਰਕਾਰਾਂ ਨੇ ਜੋ ਕਰਤਾ ਕਰ ਦਿੱਤਾ। ਮੈਂ ਜਾਤੀ ਤੌਰ ਤੇ ਵੀ ਪੁੱਛਣਾ ਚਾਹਨਾ ਵੀ ਅੱਜ ਪੂਰੇ ਪੰਜਾਬ ਦੇ ਵਿੱਚ ਬੜੀ ਚਰਚਾ ਹੋ ਰਹੀ ਹੈ, ਇਹ ਦੋਵੇਂ ਰੱਜਦੇ ਪੁੱਜਦੇ ਪਰਿਵਾਰ ਵਿਧਾਇਕ ਨੇ, ਕਰੋੜਾਂ ਦੀ ਜਦਾਦ ਹੈ, 35 ਕਰੋੜ 4 ਕਰੋੜ, ਇਹ ਉਹ ਜਦਾਦ ਹੈ ਜਿਹੜੀ ਵਾਈਟ ਮਨੀ ਹੈ, ਜਿਹੜੀ ਡਿਕਲੇਰੇਸ਼ਨ ਹੈਗੀ ਹੈ ਜਿਹਦੀ, ਕਿ ਤੁਹਾਨੂੰ ਨਹੀਂ ਲੱਗਦਾ ਕਿ ਆਪਣੇ ਜਾਤੀ ਤੌਰ ਤੇ ਵੀ ਸਾਡਾ ਇਹ ਅਧਿਕਾਰ ਹੀ ਨਹੀਂ ਬਣਦਾ ਕਿ ਅਸੀਂ ਆਪਣੇ ਬੱਚੇ ਨੂੰ ਨੌਕਰੀਆਂ ਦਵਾਈਏ? ਅਸੀਂ ਉਹਨਾਂ ਨੂੰ ਇਹ ਕਹੀਏ ਕਿ ਤੁਸੀਂ ਕੰਪੀਟੀਸ਼ਨ ਲੜੋ, ਕੰਪੀਟੀਸ਼ਨ ਲੜਨ ਤੋਂ ਬਾਅਦ ਜੇ ਤੁਹਾਨੂੰ ਨੌਕਰੀ ਮਿਲਦੀ ਹੈ ਤਾਂ ਜੀ ਸਦਕੇ, ਨਹੀਂ ਤਾਂ ਇਹ ਤੁਹਾਡਾ ਅਧਿਕਾਰ ਨਹੀਂ ਬਣਦਾ। ਇਹ ਜਾਤੀ ਤੌਰ ਤੇ ਉਹਨਾਂ ਵਿਧਾਇਕਾਂ ਨੂੰ ਨਹੀਂ ਚਾਹੀਦਾ ਕਿ ਤੁਹਾਡੇ ਕੋਲ ਸਭ ਕੁਝ ਹੈ ਰੱਬ ਦਾ ਦਿੱਤਾ ਹੋਇਆ, ਉਸ ਦੇ ਬਾਵਜੂਦ ਤੁਹਾਡੀ ਇਹ ਲਾਲਸਾ ਕਿਉਂ ਨਹੀਂ ਖਤਮ ਹੁੰਦੀ? ਇਹ ਹਰਪ੍ਰੀਤ ਜੀ, ਮੈਂ ਤੁਹਾਡੀ ਗੱਲ ਦੱਸਦਾ ਕਿ ਪੰਜਾਬੀ ਦੀ ਕਹਾਵਤ ਹੈ ਇੱਕ, ਮੈਂ ਉਹ ਕਹਾਵਤ ਆ ਕਿ ਕਹਿੰਦੇ ਜੇ ਭਾਂਡੇ ਦਾ ਮੂੰਹ ਵੱਡਾ ਹੋਵੇ ਤਾਂ ਚੱਟਣ ਵਾਲੇ ਨੂੰ ਸੰਗ ਚਾਹੀਦੀ ਹੈ। ਜੋ ਤੁਸੀਂ ਕਿਹਾ ਮੈਂ ਬਿਲਕੁਲ ਸਹਿਮਤ ਹਾਂ। ਦੇਖੋ ਪ੍ਰੋਬਲਮ ਅੱਜ ਇਹ ਹੈ, ਸੰਘੇੜਾ ਸਾਹਿਬ ਵੀ ਕਹੀ ਜਾਂਦੇ ਆ ਕਿ ਕੰਪਨਸੇਟ ਹੋ ਗਏ, ਕੰਪਨਸੇਟ ਪਾਰਟੀਆਂ ਕਰਨ ਨਾ ਕਰਨ, ਜਦ ਸਰਕਾਰ ਕੰਪਨਸੇਟ ਕਰਦੀ ਹੈ ਕੰਪੈਸ਼ਨੇਟ ਗਰਾਊਂਡ ਲਈ ਬੜੇ ਕਲੀਅਰ ਰੂਲ ਬੜੇ ਹੋਏ ਨੇ। ਮੈਂ ਕਿਤੇ ਦਾ ਵਕੀਲ ਹਾਂ ਜੀ। ਇਹ ਦੋਨੋਂ ਮੁੰਡੇ ਜਿਨ੍ਹਾਂ ਨੂੰ ਇਹ ਲਾਉਣ ਨੂੰ ਫਿਰਦੇ ਨੇ, ਇਹ ਕਿਸੇ ਤਰ੍ਹਾਂ ਵੀ ਕਿਸੇ ਸੁਪਨੇ ਵਿੱਚ ਵੀ ਉਸ ਕਾਨੂੰਨ ਦੇ ਦਾਇਰੇ 'ਚ ਨੌਕਰੀਆਂ ਲਈ ਐਂਟਾਈਟਲਡ ਨਹੀਂ ਹੈਗੇ, ਕਿਉਂਕਿ 40 ਸਾਲ ਪਹਿਲਾਂ ਡੈਥ ਹੋਈ ਹੈ। ਹੁੰਦਾ ਮਸਲਾ ਰੋਟੀ ਦਾ ਇਮੀਡੀਏਟਲੀ, ਜਾਂ ਸੁਪਰੀਮ ਕੋਰਟ ਨੇ ਲਿਖਿਆ ਕਿ ਜੇ ਡੈਥ ਵੇਲੇ ਜਿੱਥੇ ਕੰਪੈਸ਼ਨੇਟ ਨੌਕਰੀ ਗਰਾਊਂਡ, ਪਹਿਲੀ ਗੱਲ ਇਹ ਗਵਰਨਮੈਂਟ ਜੌਬਸ ਲਈ ਹੈ, ਦੂਸਰਾ ਜੇ ਟੈਰੋਰਿਸਟ ਵਿਕਟਮ ਲਈ ਦਿਓਗੇ ਤੁਸੀਂ ਪਿਕ ਐਂਡ ਚੂਜ਼ ਨਹੀਂ ਕਰ ਸਕਦੇ। ਬਿਲਕੁਲ ਪੰਜਾਬ 'ਚ 25,000 ਲੋਕ ਟੈਰੋਰਿਸਟਾਂ ਦੇ ਵਿਕਟਮ ਨੇ, 25,000 ਗਵਰਨਮੈਂਟ ਟੈਰੋਰਿਜ਼ਮ ਦੇ ਵਿਕਟਮ ਨੇ, ਜਿਵੇਂ ਸੰਘੇੜਾ ਸਾਹਿਬ ਨੇ ਕਿਹਾ। ਫਿਰ ਉਹ ਦੋਨੋਂ ਤਰ੍ਹਾਂ ਦੇ ਜਿਹੜੇ ਟੈਰੋਰਿਜ਼ਮ ਦੇ ਵਿਕਟਮ ਨੇ, ਭਾਵੇਂ ਉਹ ਗਵਰਨਮੈਂਟ ਟੈਰੋਰਿਜ਼ਮ ਦੇ ਵਿਕਟਮ ਨੇ, ਭਾਵੇਂ ਉਹ ਪ੍ਰਾਈਵੇਟ ਟੈਰੋਰਿਜ਼ਮ ਦੇ ਵਿਕਟਮ, ਉਹ ਸਾਰਿਆਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ। ਐਡਵਰਟਾਈਜ਼ਮੈਂਟ ਕਰਕੇ ਕਿ ਆਹ ਕਿਤੇ 'ਚ 5 ਪੋਸਟਾਂ ਨੇ, ਆਹ 7 ਨੇ, ਆਹ ਜਿਹੜੇ ਟੈਰਰਿਸਟ ਇੰਨੇ ਸਮੇਂ 'ਚ ਵਿਕਟਮ ਹੋਏ ਨੇ ਉਹ ਅਪਲਾਈ ਕਰਨ, ਫਿਰ ਉਹਨਾਂ ਦਾ ਮੈਰਿਟ ਤੇ ਇੰਟਰਵਿਊ ਹੋਵੇ। ਇਹ ਕੋਈ ਸਿਸਟਮ ਨਹੀਂ ਗਾ ਕਿ ਤੁਸੀਂ ਇਹਨਾਂ ਨੂੰ ਪਬਲਿਕ ਸਰਵਿਸ ਕਮਿਸ਼ਨ ਦੇ ਪ੍ਰੀਵਿਊ 'ਚੋਂ ਕੱਢ ਕੇ ਡਾਇਰੈਕਟ ਕੈਬਨਿਟ ਦੇ ਦੇ। ਮੈਂ ਇੱਕ ਗੱਲ ਹੋਰ ਇੱਥੇ ਕਹਿ ਦੇਣੀ ਚਾਹੁੰਦਾ ਕਿ ਜਿਹੜੇ ਵੀ ਆਫੀਸਰਸ ਇਹਦੇ ਫੇਵਰ ਵਿੱਚ ਪ੍ਰੋ ਅਪਾਇੰਟਮੈਂਟ ਨੋਟ ਲਿਖਣਗੇ ਉਹ ਅਬੈਟਰ ਹੋਣਗੇ ਇਸ ਕ੍ਰਿਮੀਨਲ ਆਫੈਂਸ ਵਿੱਚ ਜਿਹੜੇ ਨੌਕਰੀਆਂ ਦੇਣ ਵਾਲਾ ਹੈਗਾ। ਇਹ ਇਟ ਇਜ਼ ਏ ਕ੍ਰਿਮੀਨਲ ਆਫੈਂਸ। ਜਦ ਤੁਸੀਂ ਕੋਈ ਵੀ ਇਲੀਗਲ ਕੰਮ ਕਰੋ ਉਹ ਕ੍ਰਿਮੀਨਲ ਆਫੈਂਸ ਹੈ। ਐਂਡ ਜਿਹੜੇ ਆਫੀਸਰਸ ਫॉर ਨੋਟ ਲਿਖਣਗੇ ਦੇ ਆਰ ਵਿਲ ਆਲਸੋ ਬੀ ਦੀ ਬੈਟਰ ਆਫ ਦੀ ਗਰੇਵਾਲ ਸਾਹਿਬ, ਅਸੀਂ ਇਸ ਮੁੱਦੇ ਤੇ ਬਾਈਟ ਲੈਣ ਦੀ ਕੋਸ਼ਿਸ਼ ਵੀ ਕੀਤੀ ਤਾਂ ਚੱਕਦੇ ਹੋਏ ਕੁਝ ਕਾਂਗਰਸੀ ਲੀਡਰਾਂ ਨੇ ਕਿਹਾ ਕਿ ਚਲੋ 2 ਨੌਕਰੀਆਂ ਨਾਲ ਕੀ ਫਰਕ ਪੈਂਦਾ, ਇੰਨੇ ਸਾਰੇ ਬੇਰੁਜ਼ਗਾਰਾਂ ਨੂੰ ਤਾਂ ਨੌਕਰੀ ਨਹੀਂ ਦਿੱਤੀ ਜਾ ਸਕਦੀ ਨਾ, 2 ਨੌਕਰੀਆਂ ਨਾਲ ਕੀ ਫਰਕ ਪੈਂਦਾ? ਮੈਂ ਤਾਂ ਕਹਿਣਾ ਕਿ ਕੈਪਟਨ ਸਾਹਿਬ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀਗਾ ਕਿ ਜਿਹੜੇ ਕਿਸਾਨ ਕਰਜ਼ੇ ਕਰਕੇ ਖੁਦਕੁਸ਼ੀ ਕਰਨਗੇ ਉਹਨਾਂ ਦੇ ਘਰ 10 ਲੱਖ ਰੁਪਇਆ ਤੇ 1 ਨੌਕਰੀ ਦੇਵਾਂਗੇ। ਜਿਹੜੇ ਇਸ ਸਰਕਾਰ ਬਣਨ ਤੋਂ ਬਾਅਦ ਇਮੀਡੀਏਟਲੀ ਪਹਿਲੇ 2 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਉਹ ਦੋਵਾਂ ਦੇ ਘਰ ਦੇ ਨੌਕਰੀ, ਜੇ ਦੋਵਾਂ ਨਾਲ ਫਰਕ ਨਹੀਂ ਪੈਂਦਾ ਤਾਂ ਦੇਣ ਤਾਂ ਸਹੀ ਨਾ ਜੀ, ਲੋੜਵੰਦ ਨੂੰ ਦੇਣ, ਕਿਸੇ ਕ੍ਰਾਈਟੀਰੀਆ 'ਚ ਦੇਣ। ਮੈਂ ਹੈਰਾਨ ਆ, ਨੌਕਰੀ ਵੀ ਦੇਣੀ, ਰੱਜਿਆ ਹੋਇਆ ਨੂੰ ਦੇਣੀ, ਜਿਨ੍ਹਾਂ ਦੇ ਡੁੱਲ ਪੈਂਦਾ ਉਹਨਾਂ ਨੂੰ ਦੇਣੀ। ਮੈਂ ਇੱਕ ਗੱਲ ਕਹਿ ਦੇਣਾ ਕਿ ਤੁਹਾਡੇ ਵਾਲੀ ਗੱਲ ਮੈਂ ਪਹਿਲਾਂ ਹੀ ਕਹਿਣਾ ਚਾਹੁੰਦਾ ਸੀ, ਉਹ ਕਿ ਯਾਰ ਜੇ ਸਰਕਾਰ ਖਰੀਦਦੀ ਹੈ ਵਿਕੋ ਨਾ, ਘੱਟੋ ਘੱਟ ਥੋੜੀ ਜਿਹੀ ਸ਼ਰਮ ਕਰੋ। ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ, ਲੋਕ ਜਵਾਬ ਮੰਗਣਗੇ। ਥੋੜੀ ਜਿਹੀ ਇੰਨਾ ਆਪ ਹੀ ਤੁਸੀਂ ਗੱਲ ਸੰਕੋਚ ਕਰੋ, ਕਦੇ ਉਹ ਗੱਲ ਨਾ ਕਰੋ ਜਿਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ। ਇਹਨਾਂ ਅਪਾਇੰਟਮੈਂਟਸ ਨੂੰ ਕੌਣ ਜਸਟੀਫਾਈ ਕਰ ਸਕੂਗਾ, ਕਿਸ ਤਰ੍ਹਾਂ ਕਰ ਸਕੂਗਾ? ਇਹ ਸਵਾਲ ਬੜਾ ਵੱਡਾ ਹੈਗਾ ਕਿ ਜਸਟੀਫਾਈ ਕਿਵੇਂ ਕਰੋਗੇ ਤੁਸੀਂ? ਨਾ ਤਾਂ ਤੁਸੀਂ ਇਸ ਆਧਾਰ ਤੇ ਕਰ ਸਕਦੇ ਹੋ ਕਿ ਆਰਥਿਕ ਪੱਖੋਂ ਬੜੇ ਕਮਜ਼ੋਰ ਆ ਜੀ, ਇਸ ਕਰਕੇ ਸਾਨੂੰ ਨੌਕਰੀ ਚਾਹੀਦੀ ਹੈ, ਨਾ ਤਾਂ ਇਹ ਜਸਟੀਫਿਕੇਸ਼ਨ ਹੈ, ਨਾ ਇਹ ਜਸਟੀਫਿਕੇਸ਼ਨ ਹੈ ਕਿ ਨੌਕਰੀ ਦੇ ਬਿਨਾਂ ਘਰ ਪਰਿਵਾਰ ਚੱਲ ਨਹੀਂ ਸਕਦਾ, ਰੱਜੇ ਪੁੱਜੇ ਘਰਾਂ ਦੇ ਬੱਚੇ ਨੇ, ਸਭ ਕੁਝ ਸਹੀ ਤਰੀਕੇ ਨਾਲ ਚੱਲ ਰਿਹਾ। ਔਰ ਜੇ ਕੁਆਲੀਫਾਈਡ ਹੈਗੇ ਹੋ ਤਾਂ ਤੁਸੀਂ ਜਿਵੇਂ ਆਹ ਨੌਜਵਾਨ ਸਾਹਮਣੇ ਬੈਠੇ ਨੇ, ਇਹ ਸਾਰੇ ਇਮਤਿਹਾਨ ਪਾਸ ਕਰਕੇ ਆਏ ਨੇ, ਪੜ੍ਹ ਲਿਖ ਕੇ ਆਏ ਨੇ, ਇੱਦਾਂ ਆਓ, ਇੱਦਾਂ ਨੌਕਰੀਆਂ ਪ੍ਰਾਪਤ ਕਰੋ ਜਿਹਦਾ ਸਵਾਦ ਵੀ ਵੱਖਰਾ ਹੋਵੇ। ਬਾਲੀ ਸਾਹਿਬ, ਇੱਕ ਸਵਾਲ ਜ਼ਰੂਰ ਖੜਾ ਹੋਏਗਾ ਇਸ ਤੋਂ ਬਾਅਦ, ਤੁਹਾਨੂੰ ਨਹੀਂ ਲੱਗਦਾ ਕਿ ਪਾਰਟੀ ਦੇ ਵਿੱਚ ਵੀ ਇਹ ਗੱਲਾਂ ਬੜੀਆਂ ਚੱਲਣਗੀਆਂ ਕਿ ਫਲਾਣੇ ਵਿਧਾਇਕਾਂ ਨੂੰ ਦੇ ਦਿੱਤੀ, ਸਾਡੇ ਬੱਚੇ ਮਾੜੇ ਸੀਗੇ, ਸਾਡੇ ਬੱਚਿਆਂ ਨੂੰ ਨੌਕਰੀ ਕਿਉਂ ਨਹੀਂ ਦਿੱਤੀ ਗਈ? ਹੁਣ 2 ਨੂੰ ਦਿੱਤੀ ਗਈ ਹੈ ਜਾਂ ਦਿੱਤੀ ਜਾਏਗੀ, ਉਸ ਤੋਂ ਬਾਅਦ ਮੈਨੂੰ ਲੱਗਦਾ ਕਿ 2 ਦਰਜਨ ਹੋਰ ਖੜੇ ਹੋ ਜਾਣਗੇ ਕਿ ਸਾਨੂੰ ਵੀ ਦਿਓ, ਨਹੀਂ ਤਾਂ ਅਸੀਂ ਚੱਲੇ ਹਾਂ ਦੂਜੇ ਖੇਮੇ 'ਚ।
ਨਹੀਂ ਦੇਖੋ ਗੱਲ ਇਹ ਹੈ ਕਿ ਆਪਾਂ ਜੇ ਕਹੀਏ ਵੀ ਇਹ ਆਧਾਰ ਤੇ ਇਹ ਵੀ ਗੱਲ ਸੀ, ਇਹ ਵੀ 3 ਦਸ਼ਕ ਯਾਨੀ 30 ਸਾਲ ਹੋ ਗਏ ਇਸ ਗੱਲ ਨੂੰ, ਪੁਰਾਣੀ ਨੂੰ 35 ਸਾਲ ਹੋ ਗਏ। ਸਾਡੇ ਬਲਾਕ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਵੀ ਬੜੇ ਸ਼ਹੀਦ ਹੋਏ ਨੇ ਉਗਰਵਾਦੀਆਂ ਦੇ ਉਸ ਜ਼ਮਾਨੇ ਦੇ ਵਿੱਚ, ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਬੜੇ ਹੋਏ ਨੇ, ਸਾਡੇ ਕਾਂਗਰਸ ਦੇ ਹੋਰ ਬੜੇ ਬੰਦੇ ਹੋਏ ਨੇ, ਸਾਡੇ ਹੋਰ ਜਿਹੜੇ ਅੱਜ ਮਿਨਿਸਟਰ ਰਹੇ ਨੇ ਅੱਜ ਖੈਰ ਉਹਨਾਂ ਨੂੰ ਟਿਕਟਾਂ ਵੀ ਨਹੀਂ ਮਿਲੀਆਂ ਹੈਗੀਆਂ। ਗੱਲ ਸਿਰਫ ਇਹ ਹੈ ਕਿ ਮੈਂ ਸਿਰਫ ਇੰਨੀ ਗੱਲ ਹੀ ਕਹਾਂਗਾ, ਇੱਕ ਸੱਜਣ ਨੇ ਮੈਨੂੰ ਇੱਥੇ ਫੋਟੋ ਨਜ਼ਰ ਨਹੀਂ ਆ ਰਹੀ, ਉਹਨਾਂ ਨੇ ਇੱਕ ਕਹਾਵਤ ਦੱਸੀ ਹੈ ਜੀ, ਸੰਤਰੀ ਵੀ ਇਹ ਕਹਿੰਦਾ, ਬਿਲਕੁਲ ਤੁਸੀਂ ਠੀਕ ਕਿਹਾ, ਅਸੀਂ ਪਾਰਟੀ ਪ੍ਰਵਕਤਾਵਾਂ ਪਾਰਟੀ ਲਾਈਨ ਦੇ ਆ, ਤੁਸੀਂ ਬੋਲ ਸਕਦੇ ਹੋ ਲੋਕਤੰਤਰ ਦੇ ਵਿੱਚ ਇਹ ਗੱਲ ਕਹਿ ਸਕਦੇ ਹੋ, ਸੀਐਮ ਦੇ ਖਿਲਾਫ ਇਹੋ ਜੀ ਗੱਲ ਕਹਿਣੀ ਪਾਰਟੀ ਪੋਸਟ ਦੇ ਅੰਦਰ ਇਹ ਨਹੀਂ ਕਹਿ ਸਕਦੇ ਅਸੀਂ ਇਹੋ ਜੀ ਗੱਲ। ਜੋ ਸੀਐਮ ਸਾਹਿਬ ਨੇ ਕਿਹਾ ਤੁਸੀਂ ਮੈਨੂੰ ਬਾਰ-ਬਾਰ ਕਲੀਅਰੈਂਸ ਲੈ ਰਹੇ ਹੋ, ਸੀਐਮ ਸਾਹਿਬ ਨੇ ਕਿਹਾ 85% ਕੰਮ ਹੋ ਗਏ, ਕੋਈ ਡਿਨਾਈ ਕਰ ਸਕਦਾ ਤੁਹਾਡੇ ਸਾਰਿਆਂ ਚੋਂ? ਅਗਰ ਗਰੇਵਾਲ ਸਾਹਿਬ ਤਾਂ ਇੱਕ ਬੜੇ ਸੀਨੀਅਰ ਲਾਇਰ ਨੇ, ਕੀ ਉਹ ਡਿਨਾਈ ਕਰ ਸਕਦੇ ਨੇ ਕਿ ਪ੍ਰੈਸ ਕਾਨਫਰੰਸ 'ਚ ਸੀਐਮ ਸਾਹਿਬ ਨੇ ਨਹੀਂ ਕਿਹਾ? ਤਾਂ ਮੈਂ ਉਸ ਗੱਲ ਨੂੰ ਦੁਹਰਾਤਾ ਕਿ ਹਾਂ ਬਿਲਕੁਲ ਗੱਲ ਠੀਕ ਹੈ ਜੀ, ਉਹਨਾਂ ਨੇ ਇਹ ਗੱਲ ਕਹੀ ਹੈ। ਇਹ ਮੇਰਾ ਕਹਿਣਾ ਨਹੀਂ, ਸੀਐਮ ਸਾਹਿਬ ਦਾ ਕਹਿਣਾ। ਮੇਰੀ ਲਾਈਨ ਸੀਐਮ ਗਰਾਊਂਡ ਤੇ ਵੀ ਜਾ ਕੇ ਦੇਖੋ ਨਾ, ਗਰਾਊਂਡ ਤੇ ਵੀ ਜਾ ਕੇ ਦੇਖਣ, ਸੀਐਮ ਸਾਹਿਬ ਵੀ ਦੇਖਣ ਤੇ ਤੁਸੀਂ ਵੀ ਜਾ ਕੇ ਦੇਖੋ ਕਿ ਵਾਕਈ 85% ਹੋਇਆ ਕੰਮ। ਹਰਪ੍ਰੀਤ ਜੀ ਤੁਸੀਂ ਇਸ ਗੱਲ ਨੂੰ ਤਾਂ ਹਾਮੀ ਭਰੋ ਕਿ ਸੀਐਮ ਸਾਹਿਬ ਨੇ ਕਹੀ ਹੈ। ਮੈਂ ਤਾਂ ਕਹਿ ਰਿਹਾ ਪਰ ਮੈਂ ਇਹ ਕਹਿ ਰਿਹਾ, ਮੈਂ ਨਾਲੇ ਵੀ ਸਵਾਲ ਖੜਾ ਕਰ ਰਿਹਾ ਨਾ ਕਿ ਸਿਰਫ ਕਹਿਣ ਦੇ ਨਾਲ ਥੋੜੀ ਕਰਨ ਨਾਲ ਸਭ ਕੁਝ ਹੁੰਦਾ ਨਾ। 85% ਹੋਏ ਨੇ ਕੰਮ ਜਾਂ ਨਹੀਂ ਹੋਏ, ਇਹ ਵੀ ਸਵਾਲ ਖੜਾ ਹੁੰਦਾ। ਮੈਂ ਤਾਂ ਨਹੀਂ ਕਹਿ ਸਕਦਾ ਨਾ ਇਹ ਗੱਲ। ਪਰ ਬਾਲੀ ਸਾਹਿਬ ਤੁਸੀਂ ਪਾਰਟੀ ਦੇ ਪ੍ਰਵਕਤਾ ਹੋ, ਚਲੋ ਪਾਰਟੀ ਨਾਲ ਪ੍ਰੇਮ ਤੁਹਾਡਾ ਹੈਗਾ, ਪਾਰਟੀ ਫਰਜ਼ ਨਿਭਾਉਣਾ ਪਏਗਾ, ਪਰ ਪੰਜਾਬ ਪ੍ਰਤੀ ਪ੍ਰੇਮ ਕਿੱਥੇ ਗਿਆ ਤੁਹਾਡਾ? ਇਹਨਾਂ ਬੇਰੋਜ਼ਗਾਰਾਂ ਦੇ ਪ੍ਰਤੀ ਹਮਦਰਦੀ ਕਿੱਥੇ ਗਈ ਤੁਹਾਡੀ? ਤੁਹਾਨੂੰ ਉਹ ਚੀਜ਼ਾਂ ਨਜ਼ਰ ਨਹੀਂ ਆ ਰਹੀਆਂ ਕਿ ਇਹਨਾਂ ਬੇਰੋਜ਼ਗਾਰਾਂ ਲਈ ਨੌਕਰੀਆਂ ਨਹੀਂ ਹੈਗੀਆਂ, ਧੱਕੇ ਹੈਗੇ ਨੇ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਮੈਂ ਫਿਰ ਬਾਰ-ਬਾਰ ਕਹਿ ਦਿੰਦਾ ਕਿ ਤੁਸੀਂ ਨਹੀਂ ਮੈਂ ਤੁਹਾਨੂੰ ਫਿਰ ਕਹਿ ਦੇਣਾ ਕਿ ਮੈਂ ਪਹਿਲੀ ਲਾਈਨ ਇਹ ਕਹੀਏ ਕਿ ਮੈਂ ਪੰਜਾਬ ਦੇ ਲੋਕਾਂ ਦੇ ਨਾਲ ਆ। ਪਹਿਲੀ ਲਾਈਨ ਇਹ, ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਨਾਲ ਹੋ ਤੇ ਇਹਨਾਂ ਨਿਯੁਕਤੀਆਂ ਦੇ ਖਿਲਾਫ ਹੋ, ਇਹਨਾਂ ਨਿਯੁਕਤੀਆਂ ਦੇ ਖਿਲਾਫ ਹੋ, ਫਿਰ ਇਹਨਾਂ ਨਿਯੁਕਤੀਆਂ ਦੇ ਤਾਂ ਖਿਲਾਫ ਹੋ, ਕੀ ਇਹਨਾਂ ਨਿਯੁਕਤੀਆਂ ਦੇ ਤਾਂ ਖਿਲਾਫ ਹੋ। ਫਿਰ ਜੇ ਪੰਜਾਬ ਦੇ ਨਾਲ ਖੜੇ ਹੋ, ਇਹਨਾਂ ਨੌਜਵਾਨਾਂ ਦੇ ਨਾਲ ਖੜੇ ਹੋ, ਫਿਰ ਤੁਸੀਂ ਇਹਨਾਂ ਨਿਯੁਕਤੀਆਂ ਦੇ ਖਿਲਾਫ ਖੜੇ ਹੋ। ਮੈਂ ਤੇ ਅੱਜ ਵੀ ਇਹਨਾਂ ਨੌਜਵਾਨਾਂ ਨਾਲ ਖੜਾ ਤੇ ਕੱਲ ਵੀ ਖੜਾ ਸੀ, ਅੱਜ ਤੋਂ 5 ਸਾਲ 10 ਸਾਲ ਪਹਿਲੇ ਵੀ ਖੜਾ। ਮੈਂ ਅੱਜ ਤੱਕ ਕਦੀ ਡਰਾਈ ਨਹੀਂ ਕੀਤਾ ਤੁਹਾਡੇ ਟੀਵੀ ਦੇ ਉੱਤੇ ਕਿ ਮੈਂ ਲੋਕਾਂ ਦੇ ਨਾਲ ਨਹੀਂ ਹੈਗਾ। ਨਿਯੁਕਤੀਆਂ ਮਾਨਯੋਗ ਸਤਿਕਾਰਯੋਗ ਸਾਡੇ ਮੁੱਖ ਮੰਤਰੀ ਜੀ ਨੇ ਕੀਤੀਆਂ ਨੇ, ਤੇ ਮੁੱਖ ਮੰਤਰੀ ਜੀ ਜੋ ਕਹਿਣਗੇ ਸਾਨੂੰ ਹਾਮੀ ਭਰਨੀ ਪਏਗੀ। ਅਸੀਂ ਉਸ ਤੋਂ ਲਾਈਨ ਤੋਂ ਬਾਹਰ ਨਹੀਂ ਜਾ ਸਕਦੇ। ਬਿਲਕੁਲ ਬਾਰ-ਬਾਰ ਸਾਡੀ ਇਹ ਮਜਬੂਰੀ, ਤੁਹਾਨੂੰ ਮੰਨਣਾ ਹੀ ਪਏਗਾ ਜੋ ਸੀਐਮ ਸਾਹਿਬ ਨੇ ਕਿਹਾ। ਇੱਕ ਰਿਐਕਸ਼ਨ ਲੈ ਲੈ। ਸੰਵਿਧਾਨ ਦੇ ਅਨੁਸਾਰ, ਰੂਲਾਂ ਦੇ ਅਨੁਸਾਰ ਸੀਐਮ ਸਾਹਿਬ ਵੀ ਇੱਕ ਪਬਲਿਕ ਸਰਵੈਂਟ ਨੇ। ਇਹ ਜਿਹੜੀਆਂ ਗੱਲਾਂ ਆ ਇਹਨਾਂ ਤੇ ਮੈਂ ਭਾਵੇਂ ਪਹਿਲੇ ਥੋੜੇ ਜਿਹੇ ਲਫ਼ਜ਼ਾਂ 'ਚ ਉਦਾਹਰਨ ਦੇ ਕੇ ਕਿਹਾ ਸੀ ਬਿਜ਼ਨਸ ਬਿਊਰੋ ਦੀ, ਅਦਰਵਾਈਜ਼ ਕੋਈ ਇਦਾਂ ਦੀ ਧਾਰਾ ਨਹੀਂ ਹੈਗੀ। ਇਹ ਗਰੇਵਾਲ ਸਾਹਿਬ ਵਕੀਲ ਨੇ ਸਾਡੇ 'ਚ ਬੈਠੇ, ਜਿਹੜੀਆਂ ਉਹਨਾਂ ਨੇ ਲੀਗਲ ਚੀਜ਼ਾਂ ਦੱਸੀਆਂ ਨੌਕਰੀ ਦੀਆਂ, ਮੈਂ ਉਹਨਾਂ ਨਾਲ ਸਹਿਮਤ ਹਾਂ, ਮੈਂ ਜਾਣੂ ਹਾਂ, ਮੈਂ ਸਰਕਾਰੀ ਆਫੀਸਰ ਰਿਹਾ ਹਾਂ। ਸੇਮ ਚੀਜ਼ ਸੀਐਮ ਤੇ ਵੀ ਮੁਕੱਦਮਾ ਇਹਨਾਂ ਚੀਜ਼ਾਂ 'ਚ ਦਰਜ ਹੋ ਸਕਦਾ, ਲੀਗਲ ਕਾਰਵਾਈ ਹੋ ਸਕਦੀ ਹੈ। ਉਹਨਾਂ ਕੋਲ ਅਧਿਕਾਰ ਇਦਾਂ ਨਹੀਂ ਹੈ ਕਿ ਸੀਐਮ ਜਿਹਨੂੰ ਮਰਜ਼ੀ ਜੋ ਮਰਜ਼ੀ ਕਹਿ ਦੇਵੇ ਤੇ ਉਹ ਹੀ ਉਦਾਂ ਹੀ ਲਾਗੂ ਹੋ ਜਾਣਾ। ਸੰਵਿਧਾਨ ਦੇ ਅਨੁਸਾਰ ਐਕਟ ਬਣੇ ਹੋਏ ਆ, ਐਕਟ ਦੇ ਅਨੁਸਾਰ ਰੂਲ ਤੇ ਬਾਈ ਲਾਅ ਬਣੇ ਹੋਏ ਆ। ਇਹ ਨਿਯੁਕਤੀਆਂ ਬਿਲਕੁਲ ਇਲੀਗਲ ਨੇ। ਗਰੇਵਾਲ ਸਾਹਿਬ ਨੇ ਬੜੀ ਵਿਆਖਿਆ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਵਿਸਥਾਰ ਸਹਿਤ ਦੱਸਿਆ ਆ। ਬਾਕੀ ਬਾਲੀ ਸਾਹਿਬ ਜਿਹੜੀ ਭਾਵਨਾ ਤੋਂ ਬੋਲ ਰਹੇ ਨੇ ਨਾ ਹਰਪ੍ਰੀਤ ਜੀ, ਮੇਰਾ ਖਿਆਲ ਦਰਸ਼ਕ ਸਮਝ ਗਏ ਹੋਣਗੇ। ਉਹ ਬਿਲਕੁਲ ਵਿਰੁੱਧ ਨੇ ਇਹਨਾਂ ਦੇ, ਬਟ ਉਹ ਆਪਣੇ ਮੂੰਹੋਂ ਨਹੀਂ ਕਹਿ ਸਕਦੇ, ਉਹਨਾਂ ਦੇ ਕੰਡਕਟ ਰੂਲ ਲੱਗਦੇ ਆ ਪਾਰਟੀ ਦੇ। ਪਰ ਫਿਰ ਵੀ ਮੈਂ ਤਾਂ ਕਹਿੰਦਾ ਦਲੇਰ ਨੇ ਇਹ ਜਿਹੜਾ ਆ ਇੰਨਾ ਕੁਝ ਕਹੀ ਜਾਂਦੇ ਨੇ, ਕਿਉਂਕਿ ਪਾਰਟੀ ਦੇ ਵਿੱਚ ਮੇਰੇ ਖਿਆਲ ਦੂਜੀ ਵਾਰੀ ਪਾਰਟੀ ਨਹੀਂ ਛੱਡਣਾ ਚਾਹੁੰਦੇ ਨਾ, ਪਹਿਲਾਂ ਇੱਕ ਵਾਰੀ ਪਾਰਟੀ ਦਾ ਵਿਰੋਧ ਕਰ ਚੁੱਕੇ ਨੇ। ਪਰ ਇਹ ਆ ਬਈ ਇਹ ਬਹੁਤ ਕੋਈ ਵੀ ਇਸ ਗੱਲ ਨੂੰ ਸਹੀ ਨਹੀਂ ਕਹਿ ਸਕਦਾ 30 35 40 ਸਾਲ ਬਾਅਦ। ਨਾਲੇ ਆਹ ਦਿਨ ਪਤਾ ਕਿਹੜੇ ਚੱਲ ਰਹੇ ਹਰਪ੍ਰੀਤ ਜੀ? ਇਹਨਾਂ ਦਿਨਾਂ 'ਚ ਕਾਂਗਰਸ ਪਾਰਟੀ ਦੀ ਜਿਹੜੀ ਕੇਂਦਰੀ ਸਰਕਾਰ ਸੀ ਸ਼੍ਰੀਮਤੀ ਇੰਦਰਾ ਗਾਂਧੀ ਦੀ, ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲਾ ਕਰਾਇਆ ਸੀਗਾ। ਔਰ ਦਿਨ ਵੀ ਉਹ ਚੁਣਿਆ ਸੀ ਜਦੋਂ ਉੱਥੇ ਸੰਗਤ ਸੀਗੀ, ਗੁਰਪੁਰਬ ਸੀਗਾ, ਸੰਗਤ ਸੀਗੀ ਉੱਥੇ, ਬੀਬੀਆਂ ਬੱਚੇ ਸਾਰੇ ਲੋਕ, ਇੰਨੇ ਲੋਕ ਇਹਨਾਂ ਨੇ ਮਾਰ ਦਿੱਤੇ ਸੀ ਆਰਮੀ ਨੇ, ਤੇ ਉਹਨਾਂ ਦੇ ਪਰਿਵਾਰਾਂ ਦੀ ਕਿਸੇ ਨੇ ਸਾਰ ਨਹੀਂ ਲਈ, ਉਹ ਵੀ ਵਿਕਟਮ ਨੇ। ਹੋਰ ਵੀ ਮੈਂ ਸਾਰੇ ਦੱਸ ਚੁੱਕਾ, ਗਰੇਵਾਲ ਸਾਹਿਬ ਨੇ ਬੜਾ ਵਿਸਤਾਰ 'ਚ ਦੱਸਿਆ ਆ। ਜੇ ਵਿਕਟਮਸ ਦੀ ਕੋਈ ਮੈਰਿਟ ਬਣਾਓ ਨਾ, ਕੋਈ ਉਹਦੇ ਵਾਸਤੇ ਕੋਈ ਪਾਲਿਸੀ ਬਣਾਓ, ਉਹਨੂੰ ਕੰਪਨਸੇਟ ਕਰੋ। ਹਾਂਜੀ ਬਿਲਕੁਲ ਹੀ ਨਹੀਂ, ਆ ਤਾਂ ਪਿਕ ਐਂਡ ਚੂਜ਼ ਸ਼ਰੇਆਮ ਰੇਵੜੀਆਂ ਆ ਤਾਂ ਰਿਸ਼ਵਤ ਹੈ। ਹਾਂ ਠੀਕ ਹੈ ਗਰੇਵਾਲ ਸਾਹਿਬ, ਇੱਕ ਗੱਲ ਇੱਕ ਕਾਨੂੰਨੀ ਨੁਕਤਾ ਵੀ ਮੈਂ ਸਮਝਣਾ ਚਾਹਨਾ, ਜੇ ਬਾਈ ਦ ਚਾਂਸ ਇਹਨਾਂ ਨੂੰ ਦੇ ਦਿੱਤੀ ਜਾਂਦੀ ਹੈ ਨੌਕਰੀ, ਕੀ ਅਦਾਲਤ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ, ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕਦਾ? ਮੈਂ ਕਹਿੰਦਾ ਧੱਜੀਆਂ ਉੱਡ ਜਾਣਗੀਆਂ ਇਹਨਾਂ ਦੇ, ਜਿਹੜਾ ਇਹਨਾਂ ਦਾ ਜਲੂਸ ਨਿਕਲੂ ਨਾ ਅਦਾਲਤਾਂ ਵਿੱਚ। ਹਰਪ੍ਰੀਤ ਜੀ ਦੇਖੋ, ਮੈਂ ਇੱਕ ਤੁਹਾਨੂੰ ਗੱਲ ਦੱਸਾਂ, ਇੱਕ ਹੁੰਦੀ ਆ ਇਰੈਗੂਲੈਰਿਟੀ, ਇੱਕ ਹੁੰਦੀ ਆ ਇਲੀਗੈਲਿਟੀ।
ਇਰਰੈਗੂਲੈਰਿਟੀ ਨੂੰ ਕਈ ਦਫਾ ਕੋਰਟਸ ਅਣਡਿੱਠਾ ਕਰ ਦਿੰਦੀਆਂ ਨੇ ਕਿ ਚਲੋ ਇਹ ਰੂਲਸ ਨੇ, ਰੂਲਸ ਆਰ ਹੈਂਡਮੇਡ ਆਫ ਜਸਟਿਸ ਤੇ ਇਗਨੋਰ ਕੀਤੇ ਜਾ ਸਕਦੇ ਨੇ। ਪਰ ਜਿੱਥੇ ਇਲੀਗੈਲਿਟੀ ਹੋਵੇ ਉੱਥੇ ਕੋਈ ਵੀ ਕੋਰਟ ਉਹਨੂੰ ਲੀਗਲ ਨਹੀਂ ਕਰ ਸਕਦੀ। ਜੋ ਕੁਛ ਇਹ ਕਰ ਰਹੇ ਨੇ ਇਹ ਬਿਲਕੁਲ ਸਰਾਸਰ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਨੇ। ਜਿਵੇਂ ਸੰਘੇੜਾ ਸਾਹਿਬ ਨੇ ਕਿਹਾ, ਅੱਜ ਦੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਪੰਜਾਬ 'ਚ 1984 'ਚ ਬੇਦੋਸ਼ੀਆਂ ਦਾ ਖੂਨ ਡੁੱਲਿਆ। ਸੱਚਖੰਡ ਹਰਿਮੰਦਰ ਸਾਹਿਬ 'ਚ ਤਕਰੀਬਨ 10,000 ਨਿਹੱਥੇ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਕੀਤੇ ਗਏ। ਉਹ ਸਟੇਟ ਟੈਰੋਰਿਜ਼ਮ ਦੇ ਵਿਕਟਮ ਸੀ। ਕਿ ਉਹਨਾਂ ਦੇ ਕਿਸੇ ਇੱਕ ਪਰਿਵਾਰ ਨੂੰ ਕੋਈ ਇਹਨਾਂ ਨੇ ਆਰਥਿਕ ਮਦਦ ਕੀਤੀ ਹੈ? ਕਈਆਂ ਦੇ ਕਮਾਉਣ ਵਾਲੇ ਚਲੇ ਗਏ, ਕਈ ਟੈਰੋਰਿਸਟ ਵਿਕਟਮ ਬਾਹਰ ਚਲੇ ਗਏ, ਕਈ ਸਟੇਟ ਟੈਰੋਰਿਜ਼ਮ ਦੇ ਵਿਕਟਮ ਨੇ। ਮੈਂ ਇਹ ਕਹਿਣਾ ਹੈਗਾ ਕਿ ਸਰਕਾਰ ਜੇ ਟੈਰੋਰਿਜ਼ਮ ਵਿਕਟਮਸ ਦੀ ਮਦਦ ਕਰਨੀ ਚਾਹੁੰਦੀ ਆ, ਇੱਕ ਲਿਸਟ ਬਣਾ ਕੇ ਪਬਲਿਸ਼ ਕਰਨ ਤੇ ਉਸ ਤੋਂ ਬਾਅਦ ਪੁੱਛਣ ਕਿ ਉਹਨਾਂ ਦੇ ਘਰ ਚੋਂ ਆਪਣੀਆਂ ਰਿਪੋਰਟਾਂ ਲੈਣ ਕਿ ਇਹਨਾਂ ਦੇ ਘਰ ਅੱਜ ਰੋਟੀ ਤੋਂ ਵੀ ਆਜਜ਼ ਨੇ, ਜਿਨ੍ਹਾਂ ਨੂੰ ਨੌਕਰੀ ਚਾਹੀਦੀ ਹੈ। ਫਿਰ ਉਹਨਾਂ ਲਈ ਨੌਕਰੀਆਂ ਨੋਟੀਫਾਈ ਕਰਕੇ ਮੈਰਿਟ ਤੇ ਰੱਖਣ ਤਾਂ ਕਿ ਜਿਹਨੂੰ ਘੱਟੋ ਘੱਟ ਜਸਟੀਫਾਈ ਕਰ ਦਿੱਤਾ ਜਾ ਸਕੇ। ਬਿਲਕੁਲ ਠੀਕ ਹੈ। ਜਦ ਬਾਜਵਾ ਸਾਹਿਬ ਦੀ ਚੰਡੀਗੜ੍ਹ ਦੀ ਸੈਕਟਰ 2/9 ਦੀ ਕੋਠੀ ਦੇਖੂਗਾ ਅਗਲਾ 4 ਕਨਾਲਾਂ 'ਚ ਜਾਂ 2 ਕਨਾਲਾਂ 'ਚ ਤੇ ਮੁੜ ਕੇ ਨੌਕਰੀ ਕੰਪੈਸ਼ਨੇਟ ਗਰਾਊਂਡ ਤੇ ਅਗਲਾ ਜਾਂ ਤਾਂ ਤਰਸ ਕਰੂਗਾ ਤੇ ਜਾਂ ਉਹਦੀ ਰੋ ਬੱਸ ਹੋ ਜੂ ਕਿ ਇਹ ਸਰਕਾਰ ਨੂੰ ਦਿਖਦਾ ਹੀ ਕੁਛ ਨਹੀਂ ਹੈ। ਤਰਸ ਦਾ ਆਧਾਰ ਕੀ ਹੈ? ਤਰਸ ਦਾ ਮਾਪਦੰਡ ਕੀ ਹੈ? ਈਵਨ ਮਾਪਦੰਡ ਜੀ ਜਿਹੜੀ ਤੁਸੀਂ 3 ਕਰੋੜ ਦੀ ਗੱਲ ਦੱਸੀ ਆ ਵੀ ਉਹਨਾਂ ਦੀ ਪ੍ਰਾਪਰਟੀ 3 ਕਰੋੜ 60 ਲੱਖ ਹੈ, 15 ਕਰੋੜ ਦੀ ਤਾਂ ਕੋਠੀ ਆ ਉਹਨਾਂ ਦੀ। ਇਹ ਤਾਂ ਅੰਡਰ ਐਸਟੀਮੇਟਡ ਜਿਹੜੀ ਜੋ ਇਹਨਾਂ ਨੇ ਫਿਗਰ ਦਿੱਤੀ ਹੋਈ ਆ ਵੈਸੇ ਹੀ, ਅਦਰਵਾਈਜ਼ ਤਾਂ ਮਤਲਬ ਕੋਈ ਇਹਦੇ ਵਿੱਚ ਵਿਆਖਿਆ ਕਰਨ ਦੀ ਲੋੜ ਮੈਂ ਨਹੀਂ ਇਸ ਲਈ ਕਿਹਾ ਕਿ ਉਹ ਪ੍ਰਾਪਰਟੀ ਚੱਲ ਜਾਇਦਾਦ ਦਾ ਵੇਰਵਾ ਹੈਗਾ ਜਿਹੜਾ ਇਲੈਕਸ਼ਨ ਕਮਿਸ਼ਨ ਨੂੰ ਸੌਂਪਿਆ ਗਿਆ, ਜਦੋਂ ਇੱਕ ਕੀਤਾ ਗਿਆ। ਪਰ ਇਸ ਤੋਂ ਇਲਾਵਾ ਬੜਾ ਕੁਝ ਗੱਲਾਂ ਸੁਣਨ ਦੇ ਵਿੱਚ ਵੀ ਆਉਂਦੀਆਂ, ਦੇਖਣ ਨੂੰ ਵੀ ਆਉਂਦੀਆਂ। ਸੋ ਉੱਥੋਂ ਅੰਦਾਜ਼ਾ ਸਹਿਜੇ ਹੀ ਲੱਗ ਪਾਉਂਦਾ ਹੈ ਕਿ ਵਾਕਈ ਇਹਨਾਂ ਨੂੰ ਨੌਕਰੀਆਂ ਦੀ ਜ਼ਰੂਰਤ ਸੀ ਜਾਂ ਹੈ। ਇਸ ਕਰਕੇ ਵੱਡਾ ਸਵਾਲ ਜ਼ਰੂਰ ਖੜਾ ਹੁੰਦਾ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਇਸ ਪੂਰੀ ਵਿਚਾਰ ਚਰਚਾ ਦੇ ਵਿੱਚ ਜੁੜੇ ਰਹਿਣ ਦੇ ਲਈ। ਸੋ ਮੁੱਕਦੀ ਗੱਲ ਇਹ ਹੈ ਕਿ ਇਹਨਾਂ ਨੌਕਰੀਆਂ ਤੇ ਕਿੰਤੂ ਪਰੰਤੂ ਸਵਾਲ ਇਸੇ ਕਰਕੇ ਚੁੱਕੇ ਜਾ ਰਹੇ ਨੇ ਕਿਉਂਕਿ ਇਹ ਨੌਕਰੀਆਂ ਬਣਦੀਆਂ ਹੀ ਨਹੀਂ। ਤੁਸੀਂ ਲੌਜਿਕਲੀ ਜਦੋਂ ਇਹਨਾਂ ਚੀਜ਼ਾਂ ਨੂੰ ਦੇਖੋਗੇ ਤਾਂ ਇਹ ਕਿਤੇ ਵੀ ਸਟੈਂਡ ਕਰਦੀਆਂ ਹੀ ਨਹੀਂ ਕਿ ਤਰਸ ਦੇ ਆਧਾਰ ਤੇ ਨੌਕਰੀਆਂ ਦਿਓ। ਨੌਕਰੀਆਂ ਵੀ ਕਿਹੜੀਆਂ? ਇੱਕ ਡੀਐਸਪੀ, ਇੱਕ ਤਹਿਸੀਲਦਾਰ, ਜਿਹਨੂੰ ਮਲਾਈਦਾਰ ਪੋਸਟਾਂ ਕਿਹਾ ਜਾਂਦਾ, ਉਹ ਵੀ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਜਿਨ੍ਹਾਂ ਦੇ ਕੋਲ ਪਹਿਲਾਂ ਹੀ ਕਰੋੜਾਂ ਰੁਪਏ ਨੇ। ਇਸ ਕਰਕੇ ਇਹ ਬੇਰੁਜ਼ਗਾਰ ਨੇ ਜਿਹੜੇ ਅੱਜ ਸਵਾਲ ਸਰਕਾਰ ਤੇ ਚੁੱਕ ਰਹੇ ਨੇ। ਦੇਸ਼ ਦੁਨੀਆ ਦੇ ਬਾਕੀ ਖਬਰਾਂ ਲਈ ਬਣੇ ਰਹੋ ਪੀਟੀਸੀ ਨਿਊਜ਼ ਦੇ ਨਾਲ। ਧੰਨਵਾਦ। Presented by KEI Wires and Cables, हर टेंशन सही चलती रहे।